हाँ जी, गुड मॉर्निंग टू ऑल ऑफ यू। लास्ट टाइम ਆਪਾਂ ਇੰਡੀਆ ਦੇ ਮਾਊਂਟੇਨਸ ਬਾਰੇ ਪੜਿਆ ਸੀਗਾ, ਹਿਮਾਲਿਆਜ਼ ਬਾਰੇ, ਠੀਕ ਹੈ। ਤੇ ਹਿਮਾਲਿਆਜ਼ ਉੱਪਰ ਸੀ ਕਿ ਹੁਣ ਆਪਾਂ ਥੋੜਾ ਨੀਚੇ ਆ ਜਾਂਦੇ ਆ। ਨੀਚੇ ਹੈਗੇ ਪਲੇਨਸ ਯਾਨੀ ਮੈਦਾਨ। ਪੰਜਾਬ ਦੇ ਮੈਦਾਨ ਨੇ, ਹਰਿਆਣਾ ਦੇ ਵਿੱਚ ਵੀ ਮੈਦਾਨ ਨੇ, ਯੂਪੀ 'ਚ ਵੀ ਮੈਦਾਨ ਨੇ, ਅਸਾਮ 'ਚ ਮੈਦਾਨ ਹੈਗੇ ਨੇ, ਹੈਗੇ ਨੇ। ਕਿਉਂਕਿ ਅਸਾਮ ਦੇ ਵਿੱਚ ਜਿੱਥੇ ਜਿੱਥੇ ਨਦੀਆਂ ਨਿਕਲ ਕੇ ਜਾਂਦੀਆਂ ਨਾ, ਦਰਿਆ ਨਿਕਲ ਕੇ ਜਾਂਦੇ ਆ, ਉੱਥੇ ਉੱਥੇ ਪਲੇਨਸ ਬਣੀ ਜਾਂਦੇ ਆ ਜ਼ਿਆਦਾਤਰ। ਤਾਂ ਅਸਾਮ ਦੇ ਵਿੱਚੋਂ ਇੱਕ ਸਭ ਤੋਂ ਵੱਡੀ ਨਦੀ ਜਿਹੜੀ ਇੰਡੀਆ ਦੀ ਲੰਬਾਈ ਦੇ ਹਿਸਾਬ ਨਾਲ ਨਹੀਂ, ਜੇ ਆਪਾਂ ਉਹਦੇ ਮੁਹਾਨੇ ਦੇ ਹਿਸਾਬ ਨਾਲ ਦੇਖੀਏ, ਬ੍ਰਹਮਪੁੱਤਰਾ ਲੰਘਦੀ ਹੈ, ਪਰ ਉੱਥੇ ਤਾਂ ਬਣਨੀ ਚਾਹੀਦੀ, ਠੀਕ ਹੈ। ਸੋ ਅੱਜ ਆਪਾਂ ਪਲੇਨਸ ਬਾਰੇ ਪੜਾਂਗੇ। ਤਾਂ ਪਲੇਨਸ ਤਾਂ ਨੀਚੇ ਵੀ ਨੇ, ਸਾਊਥ ਇੰਡੀਆ ਦੇ ਵਿੱਚ ਕੋਸਟਲ ਪਲੇਨਸ ਨੇ, ਕੋਸਟਲ ਪਲੇਨਸ, ਪਰ ਆਪਾਂ ਫਿਲਹਾਲ ਆਪਣੇ ਨਾਰਥ ਇੰਡੀਆ ਵਾਲੇ ਪਲੇਨਸ ਪੜ ਰਹੇ ਹਾਂ, ਠੀਕ ਹੈ। ਤਾਂ ਤੁਸੀਂ ਦੇਖੋ ਹੁਣ ਇਹਦੇ ਵਿੱਚ ਕੀ ਹੈ, ਪਲੇਨਸ ਨੇ ਜਿਹੜੇ ਯੰਗ ਨੇ, ਹਾਲਾਂਕਿ ਹਿਮਾਲਿਆਜ਼ ਵੀ ਯੰਗ ਨੇ। ਜੇ ਕੋਈ ਪੁੱਛੇ ਨਾ ਹਿਮਾਲਿਆਜ਼ ਕਿਸ ਤਰ੍ਹਾਂ ਦੇ ਮਾਊਂਟੇਨਸ ਨੇ, ਤੁਸੀਂ ਕਹੋਗੇ ਜੀ ਯੰਗ ਫੋਲਡ ਮਾਊਂਟੇਨਸ। ਯੰਗ ਇਸ ਕਰਕੇ ਕਿਉਂਕਿ ਹਜੇ ਵੀ ਉਹ ਉਹਨਾਂ ਦੀ ਹਾਈਟ ਇਨਕਰੀਜ਼ ਹੁੰਦੀ ਜਾ ਰਹੀ ਹੈ। ਉਸੇ ਤਰ੍ਹਾਂ ਜਿਹੜੇ ਮੈਦਾਨ ਨੇ ਉਹ ਵੀ ਬਣਦੇ ਜਾ ਰਹੇ ਨੇ, ਠੀਕ ਹੈ। ਸੋ ਇਹ ਡਿਪੋਜੀਸ਼ਨਲ ਨੇ, ਡਿਪੋਜ਼ਿਟ ਹੋ ਜਾਂਦਾ ਮਤਲਬ ਇਕੱਠਾ ਹੋ ਗਿਆ, ਰੇਤਾ ਇਕੱਠਾ ਹੋ ਜਾਂਦਾ। ਜਦੋਂ ਪਹਾੜਾਂ 'ਚੋਂ ਰੇਤਾ ਆਉਂਦਾ ਨਾ, ਦਰਿਆ ਰੇਤਾ ਰੋੜ ਕੇ ਲਿਆਉਂਦੇ ਨੇ, ਪਹਾੜਾਂ 'ਚ ਰੇਤਾ ਕਿੱਥੋਂ ਆਉਂਦਾ? ਜਿਹੜੇ ਪਹਾੜ ਨੇ ਉਹ ਜਦੋਂ ਉਹਨਾਂ ਦਾ ਪੱਥਰ ਜਿਹੜਾ ਟੁੱਟਦਾ, ਖੁਰਦਾ, ਤਾਂ ਖੁਰ ਕੇ ਉਹ ਰੇਤਾ ਬਣ ਜਾਂਦਾ। ਇੰਨੀ ਕਿਲੋਮੀਟਰ, ਕਈ 100 ਕਿਲੋਮੀਟਰ, ਕਈ 1000 ਕਿਲੋਮੀਟਰ ਦੀ ਲੰਬਾਈ ਤੋਂ ਚੱਲਦਾ ਆਉਂਦਾ ਤਾਂ ਬਿਲਕੁਲ ਬਰੀਕ ਰੇਤਾ ਬਣ ਜਾਂਦਾ। ਫਿਰ ਉਹ ਰੇਤੇ ਨੂੰ ਕੱਢਦੇ ਆ ਲੋਕ, ਇੱਥੇ ਰੇਤ ਮਾਫੀਆ ਵਗੈਰਾ ਆਪਾਂ ਗੱਲ ਨਹੀਂ ਕਰਦੇ ਵੀ ਉਹਦੀ ਇਲੀਗਲ ਮਾਈਨਿੰਗ ਹੁੰਦੀ ਹੈ, ਕਿਉਂਕਿ ਆਪਾਂ ਨੂੰ ਘਰ ਬਣਾਉਣ ਵਾਸਤੇ, ਬਿਲਡਿੰਗਸ ਬਣਾਉਣ ਵਾਸਤੇ ਰੇਤੇ ਦੀ ਲੋੜ ਹੁੰਦੀ ਹੈ, ਰਾਈਟ। ਐਨੀਵੇਜ਼ ਹੁਣ ਮੇਨਲੀ ਕਿਹੜੇ ਦਰਿਆ ਨੇ ਜਿਹੜੇ ਰੇਤਾ ਲੈ ਕੇ ਆਉਂਦੇ ਨੇ? ਆਹ ਮਤਲਬ ਜਿਹੜੇ ਮੈਦਾਨ ਬਣਾਉਂਦੇ ਨੇ ਆਹ ਨੇ, ਇੰਡਸ, ਗੰਗਾ, ਬ੍ਰਹਮਪੁੱਤਰਾ ਅਤੇ ਯਮੁਨਾ ਹੋ ਗਈ। ਚਲੋ ਅਬ ਇਹ ਦੱਸੋ ਮੈਨੂੰ ਕਿ ਇਹਨਾਂ ਚੋਂ ਕਿਹੜੀ ਰਿਵਰ ਹੈ ਜਿਹੜੀ ਐਂਟੀਸੀਡੈਂਟ ਸੀਗੀ? ਇੰਡਸ ਅਤੇ ਇਹਨਾਂ ਚੋਂ ਪੁੱਛਿਆ ਮੈਂ, ਅਤੇ ਬ੍ਰਹਮਪੁੱਤਰਾ। ਗੰਗਾ ਤੇ ਯਮੁਨਾ ਬਾਅਦ ਚ ਬਣੀਆਂ ਨੇ, ਹਿਮਾਲਿਆਸ ਤੋਂ ਬਾਅਦ ਚ ਬਣੀਆਂ ਨੇ, ਠੀਕ ਹੈ ਨਾ। ਤਾਂ ਚਲੋ ਕੋਈ ਗੱਲ ਨਹੀਂ, ਆਹ ਤੁਹਾਨੂੰ ਬੇਸਿਕ ਪਤਾ ਲੱਗ ਗਿਆ ਕਿ ਪਲੇਨਸ ਕਿੱਦਾਂ ਬਣਦੇ ਨੇ। ਮਿੱਟੀ ਆਉਂਦੀ ਹੈ, ਮਲਬਾ ਆਉਂਦਾ ਪਿੱਛੋਂ ਦੀ, ਪਹਾੜਾਂ ਤੋਂ, ਦਰਿਆਵਾਂ ਤੋਂ ਲਿਆਂਦਾ ਜਾਂਦਾ, ਤੇ ਜਿਹੜੀਆਂ ਖਾਲੀ ਥਾਵਾਂ ਹੁੰਦੀਆਂ ਨੇ ਉੱਥੋਂ ਉਹਨਾਂ ਨੂੰ ਭਰ ਦਿੱਤਾ ਜਾਂਦਾ ਅਤੇ ਮੈਦਾਨ ਬਣ ਜਾਂਦੇ ਨੇ। ਕਲੀਅਰ? ਨੈਕਸਟ ਚੱਲਦੇ ਹਾਂ। ਹੁਣ ਜੇ ਆਪਾਂ ਮੈਦਾਨਾਂ ਦੀ ਗੱਲ ਕਰੀਏ, ਸਾਡੇ ਜਿਹੜੇ ਮੈਦਾਨ ਨੇ ਇੰਡੀਆ ਦੇ, ਉਹ ਵਨ ਆਫ ਦਾ ਲਾਰਜੈਸਟ ਨੇ ਅਤੇ ਕੰਟੀਨਿਊਸ ਨੇ। ਦੇਖੋ ਨਾ, ਇੱਥੋਂ ਤੁਸੀਂ ਪੰਜਾਬ ਦੀ ਗੱਲ ਹੀ ਕਰ ਲਓ, ਕਿਉਂਕਿ ਪੰਜਾਬ ਸਭ ਤੋਂ ਵੈਸਟ 'ਚ ਹੈ। ਵੈਸੇ ਤਾਂ ਰਾਜਸਥਾਨ ਸਭ ਤੋਂ ਵੈਸਟ 'ਚ ਹੈ, ਇੱਥੋਂ ਲੈ ਕੇ ਉੱਥੇ ਅਸਾਮ ਤੱਕ ਚਲੇ ਜਾਓ, ਲਗਾਤਾਰ ਪਲੇਨਸ ਹੀ ਮਿਲਣਗੇ ਤੁਹਾਨੂੰ। ਰਸਤੇ 'ਚ ਥੋੜਾ ਜਿਹਾ ਗੈਪ ਆਉਂਦਾ, ਪਰ ਜ਼ਿਆਦਾਤਰ ਪਲੇਨਸ ਹੈਗੇ ਨੇ। ਦੂਜੀ ਗੱਲ ਹੈ, ਫਰਟਾਈਲ ਨੇ, ਉਪਜਾਊ ਨੇ, ਤਾਂ ਹੀ ਤਾਂ ਅਸੀਂ ਇੱਥੇ ਰਹਿੰਦੇ ਆ। ਕਹਿੰਦਾ ਦੁਨੀਆ ਦੀ 30% ਪੋਪੂਲੇਸ਼ਨ ਜਿਹੜੀ ਹੈਗੀ ਹੈ ਨਾ ਦੁਨੀਆ ਦੀ, ਉਹ ਸਿਰਫ 10% ਪਲੇਨਸ ਦੇ ਉੱਪਰ ਹੀ ਰਹਿੰਦੀ ਹੈ। ਮੈਂ ਇੰਡੀਆ ਦੀ ਗੱਲ ਨਹੀਂ ਕਰ ਰਿਹਾ, ਪੂਰੀ ਵਰਲਡ ਦੀ ਗੱਲ ਹੋ ਰਹੀ ਹੈ ਵੀ ਦੁਨੀਆ ਦੇ 10% ਜਿਹੜੇ ਮੈਦਾਨ ਨੇ ਨਾ, ਉਹਨਾਂ ਦੇ ਉੱਪਰ ਦੁਨੀਆ ਦੀ 30% ਆਬਾਦੀ ਰਹਿੰਦੀ ਹੈ। ਇਹਦਾ ਮਤਲਬ ਮੈਦਾਨਾਂ 'ਚ ਲੋਕ ਰਹਿਣਾ ਪਸੰਦ ਕਰਦੇ, ਕਿਉਂਕਿ ਇੱਕ ਤਾਂ ਬੱਸਾਂ ਗੱਡੀਆਂ ਚਲਾਉਣਾ ਸੌਖਾ, ਰੇਲ ਗੱਡੀ ਵਗੈਰਾ, ਤੇ ਦੂਸਰਾ ਖੇਤੀਬਾੜੀ ਵਧੀਆ ਹੋ ਜਾਂਦੀ ਹੈ। ਪਹਾੜਾਂ 'ਚ ਤਾਂ ਫਿਰ ਤੁਹਾਨੂੰ ਪੌੜੀਨੁਮਾ ਖੇਤੀ ਕਰਨੀ ਪਊਗੀ, ਸਟੈਪ ਫਾਰਮਿੰਗ, ਟੈਰੇਸ ਫਾਰਮਿੰਗ ਵਗੈਰਾ, ਠੀਕ ਹੈ। ਸੋ ਅੱਗੇ ਚੱਲਦੇ ਹਾਂ ਆਪਾਂ। ਹੁਣ ਜਦੋਂ ਆਪਾਂ ਪਹਾੜਾਂ ਤੋਂ ਨੀਚੇ ਨੂੰ ਆਉਣੇ ਆ, ਤਾਂ ਪਲੇਨਸ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ, ਪਰ ਇਹ ਤਾਂ ਨਹੀਂ ਹੈਗਾ ਵੀ ਇੱਕੋ ਦਮ ਪਲੇਨਸ ਆ ਜਾਣਗੇ, ਏਦਾਂ ਨਹੀਂ ਹੁੰਦਾ। ਪਹਿਲਾਂ ਤੁਹਾਨੂੰ ਚਟਾਨਾਂ ਮਿਲਣਗੀਆਂ, ਪੱਥਰ ਮਿਲਣਗੇ। ਸੋ ਪਹਾੜਾਂ ਦੀ ਜੜ ਦੇ ਵਿੱਚ ਜਦੋਂ ਸ਼ਿਵਾਲਿਕ ਖਤਮ ਹੁੰਦੇ ਨੇ, ਜਾਂ ਸ਼ਿਵਾਲਿਕ ਦੇ ਵਿੱਚ ਦੀ ਗੱਲ ਕਰ ਲਓ, ਸਭ ਤੋਂ ਪਹਿਲਾਂ ਭੱਬਰ ਦੇ ਮੈਦਾਨ ਹੁੰਦੇ ਨੇ, ਭੱਬਰ। ਫਿਰ ਦਲਦਲੀ ਮੈਦਾਨ ਹੁੰਦੇ ਨੇ, ਤਰਾਈ। ਫਿਰ ਹੁੰਦੇ ਨੇ ਬਾਂਗਰ, ਪੁਰਾਣੀ ਮਿੱਟੀ, ਅਤੇ ਫਿਰ ਹੁੰਦੀ ਹੈ ਨਵੀਂ ਮਿੱਟੀ, ਖੱਦਰ। ਅਸੀਂ ਜਿੱਥੇ ਰਹਿੰਦੇ ਆ ਇਹ ਖੱਦਰ ਦੇ ਮੈਦਾਨ ਨੇ, ਠੀਕ ਹੈ ਨਾ। ਸੋ ਹੁਣ ਤੁਸੀਂ ਦੇਖੋ, ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਭੱਬਰ ਦੀ। ਮੈਂ ਤੁਹਾਨੂੰ ਦੱਸਿਆ ਜਦੋਂ ਪਹਾੜ ਜਿੱਥੇ ਖਤਮ ਹੁੰਦੇ ਨੇ, ਉੱਥੇ ਪਹਾੜਾਂ ਤੋਂ ਟੁੱਟ ਕੇ ਵੱਡੇ ਪੱਥਰ ਆ ਕੇ ਗਿਰਦੇ ਰਹਿੰਦੇ ਹੋਣ, ਹਨਾ। ਤੇ ਉਹ ਜਿਹੜੀਆਂ ਜਗ੍ਹਾਵਾਂ ਹੁੰਦੀਆਂ ਨੇ, ਉਹ ਉੱਥੇ ਬਹੁਤ ਵੱਡੇ ਪੱਥਰ ਹੁੰਦੇ ਨੇ, ਜਿਹੜੀਆਂ ਪਹਾੜਾਂ ਦੇ ਵਿੱਚੋਂ ਨਦੀਆਂ ਆ ਰਹੀਆਂ ਹੁੰਦੀਆਂ ਨੇ, ਉਹਨਾਂ ਦੇ ਅੰਡਰਗਰਾਉਂਡ ਹੋ ਜਾਂਦੀਆਂ ਨੇ, ਦਿਖਦੀਆਂ ਵੀ ਨਹੀਂ ਹੈਗੀਆਂ ਕਈ ਵਾਰ ਤਾਂ ਸਿਰਫ ਉਹਨਾਂ ਦੀ ਆਵਾਜ਼ ਆਉਂਦੀ ਹੈ, ਕਿਉਂਕਿ ਪੱਥਰ ਬਹੁਤ ਵੱਡੇ ਹੁੰਦੇ ਨੇ। ਉਹਨਾਂ ਦੇ ਨੀਚੋਂ ਦੀ ਗੱਲ ਮੈਦਾਨਾਂ ਦੀ ਹੋ ਰਹੀ ਹੈ, ਪਰ ਉਹ ਮੈਦਾਨਾਂ ਦੀ ਕਿਸਮ ਇਦਾਂ ਦੀ ਹੈ, ਕਿਉਂਕਿ ਉਹਨੂੰ ਆਪਾਂ ਪਹਾੜ ਤਾਂ ਕਹਿ ਨਹੀਂ ਸਕਦੇ,
ਕੋਈ ਨੀਵੀਆਂ ਥਾਵਾਂ ਨੇ ਪਰ ਫਿਰ ਵੀ ਉੱਥੇ ਪੱਥਰ ਆ ਕੇ ਗਿਰ ਗਏ। ਤਾਂ ਇਦਾਂ ਦੀ ਜਗ੍ਹਾ ਹੁੰਦੀ ਹੈ। ਦੇਖੋ ਜਿਵੇਂ ਪਹਾੜ ਸੀਗੇ ਨਾ, ਉਹਦੀ ਜੜ੍ਹਾਂ ਦੇ ਵਿੱਚ ਆ ਕੇ ਜਿਵੇਂ ਐਲੂਵੀਅਲ ਫੈਨ ਲਿਖਿਆ ਹੋਇਆ ਹੈ, ਇਸ ਸ਼ੇਪ ਦੇ ਵਿੱਚ ਆ ਕੇ ਗਿਰਦੇ ਨੇ ਉਹ ਪੱਥਰ ਵਗੈਰਾ, ਮਿੱਟੀ ਵਗੈਰਾ ਨਾਲ ਹੀ ਹੁੰਦੀ ਹੈ। ਸੋ ਬਹੁਤ ਲਾਰਜ ਹੁੰਦੇ ਨੇ, ਇਹਨਾਂ ਦੀ ਪੋਰੋਸਿਟੀ ਮਤਲਬ ਇਹਨਾਂ ਦੇ ਵਿੱਚ ਖਾਲੀ ਥਾਂ ਬਹੁਤ ਹੁੰਦੀ ਹੈ ਜਿਹਦੇ ਵਿੱਚੋਂ ਪਾਣੀ ਲੰਘ ਕੇ ਜਾਂਦਾ ਹੈ। ਇਸ ਕਰਕੇ ਰਿਵਰਸ ਨੇ ਕੀ ਹੋ ਜਾਂਦੀਆਂ ਨੇ, ਡਿਸਅਪੀਅਰ, ਦੇਖਣੋਂ ਹਟ ਜਾਂਦੀਆਂ ਨੇ। ਪਰ ਇੱਥੇ ਖੇਤੀ ਕਿੱਦਾਂ ਕਰੋਗੇ ਤੁਸੀਂ ਪੱਥਰਾਂ 'ਚ, ਤਾਂ ਖੇਤੀ ਕਰਨ ਵਾਸਤੇ ਇਹ ਉਪਯੋਗ ਨਹੀਂ ਹੁੰਦੇ। ਠੀਕ ਹੈ, ਨੈਕਸਟ ਚੱਲਦੇ ਆ। ਦੂਸਰਾ ਹੈ ਤਰਾਈ ਦੇ ਮੈਦਾਨ। ਹੁਣ ਜਦੋਂ ਉਹ ਨਦੀਆਂ ਭੱਬਰ ਦੇ ਵਿੱਚੋਂ ਦੀ ਨੀਚੋਂ ਦੀ ਅੰਡਰਗਰਾਉਂਡ ਹੋ ਕੇ ਆਈਆਂ ਤਾਂ ਬਾਹਰ ਆ ਕੇ ਫਿਰ ਇੱਥੇ ਖਿਲਰ ਗਈਆਂ, ਫੈਲ ਗਿਆ, ਪਾਣੀ ਫੈਲ ਗਿਆ। ਇਹ ਜਿਹੜਾ ਪਾਣੀ ਹੈ ਇਹਨੂੰ ਅਸੀਂ ਤਰਾਈ ਕਹਿੰਦੇ ਆ। ਜ਼ਮੀਨ ਹੈ, ਜ਼ਮੀਨ ਦੇ ਉੱਪਰ ਪਾਣੀ ਭਰਿਆ ਹੋਇਆ। ਠੀਕ ਹੈ, ਇਹਦੇ ਹੋਰ ਵੀ ਬਹੁਤ ਸਾਰੇ ਨਾਮ ਹੁੰਦੇ ਨੇ, ਜਿਵੇਂ ਇਹਨੂੰ ਨੇਪਾਲ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਦੁਆਰ ਕਹਿੰਦੇ ਨੇ, ਦੁਆਰ। ਠੀਕ ਹੈ, ਬੰਗਾਲ ਦੇ ਵਿੱਚ ਤੇ ਬਿਹਾਰ ਦੇ ਵਿੱਚ ਕਾਫੀ ਇਹ ਚੀਜ਼ਾਂ ਮਸ਼ਹੂਰ ਨੇ। ਤੇ ਰਿਵਰਸ ਦੁਬਾਰਾ ਰੀਅਪੀਅਰ ਹੋ ਗਈਆਂ, ਪਹਿਲਾਂ ਡਿਸਅਪੀਅਰ ਹੋ ਗਈਆਂ ਸੀ ਨਾ, ਹੁਣ ਕੀ ਹੋ ਗਈਆਂ, ਸਵੈਮ ਅਤੇ ਮਾਰਚ, ਮਤਲਬ ਦਲਦਲੀ ਜਗ੍ਹਾਵਾਂ ਤੁਹਾਨੂੰ ਇੱਥੇ ਮਿਲਣਗੀਆਂ, ਚਿੱਕੜ ਨਾਲ ਭਰੀਆਂ ਹੋਈਆਂ। ਕਿਉਂਕਿ ਉਹ ਪਾਣੀ ਹਮੇਸ਼ਾ ਜਮਾ ਰਹੂਗਾ ਤਾਂ ਜਿਹੜੇ ਜੀਵ ਜੰਤੂ ਪੇੜ ਪੌਦਿਆਂ ਦੇ ਜਿਹੜੇ ਉਹ ਟੁੱਟਦੇ ਰਹਿਣਗੇ, ਅੰਦਰ ਜਾਂਦੇ ਰਹਿਣਗੇ, ਉਹ ਗਲਾਂਦ ਸੜਾਂਦ ਬਚ ਜੂਗੀ ਉੱਥੇ। ਕੀ ਇੱਥੇ ਖੇਤੀ ਕਰ ਸਕਦੇ ਆ? ਕਰ ਸਕਦੇ। ਝੋਨੇ ਦੀ ਖੇਤੀ ਜਿੱਥੇ ਪਾਣੀ ਘੱਟ ਹੈ, ਨਾਰਮਲ ਪਾਣੀ ਆ। ਅਤੇ ਹੋਰ ਕਾਹਦੀ ਖੇਤੀ ਹੋ ਸਕਦੀ ਹੈ ਇੱਥੇ? ਬੈਂਬੂ ਦੀ ਖੇਤੀ। ਬੈਂਬੂ ਕੀ ਹੁੰਦਾ? ਹਾਂ, ਠੀਕ ਹੈ। ਸੋ ਆਪਣੇ ਇੱਥੇ ਨਹੀਂ ਹੁੰਦੀ ਇਹ ਚੀਜ਼ ਜ਼ਿਆਦਾ। ਜੇ ਤੁਸੀਂ ਪਠਾਨਕੋਟ ਹੁਸ਼ਿਆਰਪੁਰ ਵਾਲੇ ਪਾਸੇ ਜਾਓਗੇ, ਉੱਥੇ ਇਹ ਚੀਜ਼ਾਂ ਹੈਗੀਆਂ ਨੇ ਜਿਹਨੂੰ ਆਪਾਂ ਚੋ ਕਹਿੰਦੇ ਆ। ਉੱਥੇ ਪਾਣੀ ਆ ਕੇ ਜਮਾ ਹੋ ਜਾਂਦਾ, ਜਿਵੇਂ ਪੱਤਣ ਹੁੰਦੇ ਨੇ, ਪੱਤਣ। ਠੀਕ ਹੈ ਨਾ, ਵੈਟਲੈਂਡ ਦਾ ਰੂਪ ਲੈ ਲੈਂਦੇ ਨੇ, ਉੱਥੇ ਪੰਛੀ ਵਗੈਰਾ ਬਹੁਤ ਪਾਏ ਜਾਂਦੇ ਨੇ। ਨੈਕਸਟ ਚੱਲਦੇ ਆ। ਤੀਸਰਾ ਹੈਗਾ ਜੀ ਬਾਂਗਰ। ਹੁਣ ਬਾਂਗਰ ਮੈਂ ਤੁਹਾਨੂੰ ਦੱਸਿਆ ਇਹ ਪੁਰਾਣੀਆਂ ਮਿੱਟੀਆਂ ਜਿੱਥੇ ਜਾ ਕੇ, ਹੁਣ ਜਿੱਥੇ ਨਵੀਂ ਮਿੱਟੀ ਨਹੀਂ ਜਾਂਦੀ ਮੰਨ ਲਓ, ਠੀਕ ਹੈ, ਤੁਹਾਨੂੰ ਕਿੱਥੇ ਮਿਲਣਗੇ? ਇਹ ਪੰਜਾਬ ਦੇ ਕੁਝ ਇਲਾਕਿਆਂ 'ਚ ਮਿਲਣਗੇ, ਤੁਹਾਨੂੰ ਰਾਜਸਥਾਨ 'ਚ ਮਿਲਣਗੇ, ਹਰਿਆਣਾ 'ਚ ਮਿਲਣਗੇ ਬਾਂਗਰ। ਬੇਸਿਕਲੀ ਕਿ ਇਹ ਕੈਲਸੀਰੀਅਸ ਕੰਸੈਂਟ੍ਰੇਸ਼ਨ, ਮਤਲਬ ਇੱਥੇ ਹੁਣ ਪਾਣੀ ਨਵਾਂ ਤਾਂ ਜਾ ਨਹੀਂ ਰਿਹਾ, ਨਾ ਨਵੀਂ ਮਿੱਟੀ ਜਾ ਰਹੀ ਹੈ, ਤਾਂ ਇਹ ਪੱਥਰ ਡਰਾਈ ਹੋ ਚੁੱਕੀ, ਮਿੱਟੀ ਡਰਾਈ ਹੋ ਚੁੱਕੀ ਹੈ, ਕੰਕੜ ਦਾ ਰੂਪ ਲੈ ਚੁੱਕੀ ਹੈ। ਇੱਥੇ ਖੇਤੀ ਕਰਨਾ ਬਹੁਤ ਮੁਸ਼ਕਿਲ ਹੈ। ਠੀਕ ਹੈ ਜੀ। ਤੇ ਸਭ ਤੋਂ ਮਸ਼ਹੂਰ ਜਿਹੜੇ ਨੇ ਉਹ ਹੈਗੇ ਨੇ ਖੱਦਰ ਦੇ ਮੈਦਾਨ। ਖੱਦਰ ਦੇ ਮੈਦਾਨ ਨੂੰ ਅਸੀਂ ਨਿਊ ਫਲੱਡ ਪਲੇਨਸ ਕਹਿੰਦੇ ਆ। ਇਹ ਉਹ ਮੈਦਾਨ ਨੇ ਜਿੱਥੇ ਅਕਸਰ ਰਿਵਰਸ ਆਪਣੀ ਮਿੱਟੀ ਨੂੰ ਜਮ੍ਹਾਂ ਕਰਦੀਆਂ ਰਹਿੰਦੀਆਂ ਨੇ। ਜਿੱਦਾਂ ਆਪਣੇ ਪੰਜਾਬ ਦੀ ਗੱਲ ਕਰ ਲਓ, ਪੰਜਾਬ ਚੋਂ 3 ਦਰਿਆ ਲੰਘਦੇ ਨੇ। ਸਾਡਾ ਜਿਹੜਾ ਹੁਣ ਵਾਲਾ ਪੰਜਾਬ ਹੈ, ਇਹ ਚੋਂ 3 ਦਰਿਆ ਲੰਘਦੇ ਨੇ ਨਾ। ਕਿਹੜੇ ਕਿਹੜੇ ਆ? ਉੱਪਰੋਂ ਨਾਰਥ ਤੋਂ ਸਟਾਰਟ ਕਰੋ, ਰਾਵੀ, ਬਿਆਸ, ਸਤਲੁਜ। ਪਹਿਲਾਂ ਜੇਲਮ ਦੇ ਚ ਰਾਵੀ ਹੁੰਦੇ ਸੀਗੇ, ਤਾਂ ਇਹ ਅਕਸਰ ਇੱਥੇ ਚੱਲਦਾ ਰਹਿੰਦਾ, ਦਰਿਆ ਚੱਲਦੇ ਰਹਿੰਦੇ ਨੇ ਅਤੇ ਨਾਲ ਰੇਤਾ ਲਿਆਉਂਦੇ ਰਹਿੰਦੇ ਨੇ ਅਤੇ ਨਵੀਂ ਮਿੱਟੀ ਆਉਂਦੀ ਰਹਿੰਦੀ ਹੈ, ਉਪਜਾਊ ਮਿੱਟੀ ਆਉਂਦੀ ਰਹਿੰਦੀ ਹੈ, ਆਪਣਾ ਕੰਮ ਚੱਲਦਾ ਰਹਿੰਦਾ, ਹੈਨਾ। ਤੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ, ਇਹਨੂੰ ਪੰਜਾਬ ਦੇ ਵਿੱਚ ਧਾਇਆ ਕਹਿੰਦੇ ਨੇ, ਯੂਪੀ ਦੇ ਵਿੱਚ ਖੋਲ ਕਹਿੰਦੇ ਨੇ, ਬੰਗਾਲ ਦੇ ਵਿੱਚ ਭੀਲ ਕਹਿੰਦੇ ਨੇ ਤੇ ਬਿਹਾਰ ਦੇ ਵਿੱਚ ਤਾਲ ਕਹਿੰਦੇ ਨੇ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਉਹ ਕਿਹੜੇ ਮੈਦਾਨ ਨੇ ਜਿੱਥੇ ਪਾਣੀ ਭਰਿਆ ਰਹਿੰਦਾ? ਤਰਾਈ, ਉਹਨੂੰ ਦੁਆਰ ਕਹਿੰਦੇ ਨੇ। ਤਾਂ ਮੈਦਾਨਾਂ ਦੀਆਂ ਕਿਸਮਾਂ ਸਮਝ ਆ ਗਈਆਂ? 4 ਕਿਸਮਾਂ ਹੁੰਦੀਆਂ। ਸਭ ਤੋਂ ਪਹਿਲਾਂ ਹੈਗਾ ਸੀ ਭੱਬਰ, ਫਿਰ ਹੈਗਾ ਸੀ ਤਰਾਈ, ਬਾਂਗਰ, ਖੱਦਰ। ਇਹ ਆਪਾਂ ਡਿਵੀਜ਼ਨ ਪੜ੍ਹ ਲਈ, ਜਿਓਗ੍ਰਾਫਿਕ ਡਿਵੀਜ਼ਨ ਪੜ੍ਹ ਲਈ। ਨੈਕਸਟ ਚੱਲਦੇ ਹੁਣ ਆਪਾਂ। ਹੁਣ ਇਹ ਨਵੀਂ ਮਿੱਟੀ ਤੇ ਪੁਰਾਣੀ ਮਿੱਟੀ ਦਾ ਕੀ ਚੱਕਰ ਹੈ? ਦੇਖੋ ਤੁਸੀਂ ਦੇਖੋ, ਹੁਣ ਆਹ ਜਿਹੜਾ ਇਲਾਕਾ ਹੈ ਨਦੀ ਦੇ ਨਾਲ ਵਾਲਾ ਇਲਾਕਾ, ਇਹ ਤਾਂ ਨਿਊ ਫਲੱਡ ਪਲੇਨ ਹੈ, ਮਤਲਬ ਖੱਦਰ ਦੇ ਮੈਦਾਨ ਨੇ। ਪਰ ਜਿਹੜੇ ਪਿਛਾਂ ਰਹਿ ਗਏ ਉਹ ਕੀ ਨੇ? ਇਹ ਕੀ ਨੇ? ਬਾਂਗਰ। ਠੀਕ ਹੈ। ਸੋ ਕਦੇ ਨਦੀ ਉਧਰੋਂ ਆਉਂਦੀ ਸੀ ਇਹ ਘੁੰਮ ਕੇ ਪੂਰਾ, ਹੁਣ ਉੱਥੇ ਜਾਣਾ ਉਹਨੇ ਛੱਡਤਾ, ਹੁਣ ਇੱਥੇ ਸਿਰਫ ਆਉਂਦੀ ਹੈ। ਹੋ ਸਕਦਾ ਆਉਣ ਵਾਲੇ ਟਾਈਮ 'ਚ ਫੇਰ ਜਾਣ ਲੱਗ ਜਾਏ, ਪਰ ਇਹਦਾ ਹੋਊਗਾ ਨਹੀਂ, ਕਿਉਂਕਿ ਜਿਵੇਂ ਜਿਵੇਂ ਨਦੀ ਆਉਂਦੀ ਰਹਿੰਦੀ ਹੈ ਇਹ ਡੂੰਘਾ ਹੁੰਦਾ ਰਹਿੰਦਾ, ਸਾਰਾ ਲਿਮਿਟਿਡ ਹੁੰਦਾ ਰਹਿੰਦਾ ਉਹਦਾ ਕੈਚਮੈਂਟ ਏਰੀਆ। ਸਮਝ ਆਈ ਗੱਲ? ਚਲੋ ਹੁਣ ਜਿਹੜੇ ਪਲੇਨਸ ਨੇ, ਮੈਦਾਨ ਨੇ, ਉਹਨੂੰ ਆਪਾਂ 4 ਹਿੱਸਿਆਂ 'ਚ ਵੰਡਤਾ। ਪਰਲੇ ਪਾਸੇ ਦੇਖੋ ਰਾਜਸਥਾਨ ਹੈ, 2 ਨੰਬਰ ਤੇ ਪੰਜਾਬ ਹੈ, 3 ਨੰਬਰ ਤੇ ਯੂਪੀ ਬਿਹਾਰ ਹੈ ਤੇ 4 ਨੰਬਰ ਤੇ ਅਸਾਮ। ਥੋੜਾ ਬਹੁਤ ਸਟੱਡੀ ਕਰਨ ਵਾਸਤੇ ਵੰਡਣਾ ਤਾਂ ਪਊਗਾ ਨਾ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਾਜਸਥਾਨ ਦੀ। ਰਾਜਸਥਾਨ ਜਿਹੜਾ ਹੈਗਾ ਤੁਹਾਨੂੰ ਪਤਾ ਹੈ ਜ਼ਿਆਦਾਤਰ ਰਾਜਸਥਾਨ ਕੀ ਹੈ, ਉੱਥੇ ਮਾਰੂਥਲ ਹੈ। ਹੁਣ ਰਾਜਸਥਾਨ ਦੇ ਬਿਲਕੁਲ ਵਿਚਾਲੋਂ ਦੀ ਇੱਕ ਪਰਬਤ ਸ਼੍ਰੰਖਲਾ ਲੰਘਦੀ ਜਿਹਨੂੰ ਅਰਾਵਲੀ ਕਹਿੰਦੇ ਆ। ਅਰਾਵਲੀ ਇਹ 올ਡ ਫੋਲਡ ਮਾਊਂਟੇਨਸ ਦੀ ਕਿਸਮ ਹੈ। ਜਿਵੇਂ ਹਿਮਾਲਿਆ ਯੰਗ ਨੇ, ਇਹ 올ਡ ਹੈ। ਠੀਕ ਹੈ, ਇਹ ਹੁਣ ਹੋਰ ਉੱਪਰ ਇਹਦੀ ਹਾਈਟ ਵਧ ਨਹੀਂ ਰਹੀ, ਸਗੋਂ ਘਟ ਰਹੀ ਹੈ। ਠੀਕ ਹੈ, ਤੇ
ਇਹਦੇ ਜੇ ਆਪਾਂ ਵੈਸਟ ਵਾਲੇ ਪਾਸੇ ਦੇਖੀਏ ਨਾ, ਪਰਲੇ ਪਾਸੇ, ਤਾਂ ਆਹ ਇਲਾਕਾ ਜਿਹੜਾ ਹੈਗਾ ਇਹਨੂੰ ਬਗਾਰ ਕਹਿੰਦੇ ਨੇ, ਬਗਾਰ। ਆ ਸਾਰੇ ਇਲਾਕੇ ਇਹ ਤੋਂ ਉੱਪਰ ਗੰਗਾ ਸਾਗਰ ਰੀਜਨ, ਗੰਗਾ ਨਗਰ ਦਾ ਨਾਮ ਸੁਣਿਆ? ਪੰਜਾਬ ਦੇ ਨਾਲ ਰਾਜਸਥਾਨ ਦੇ ਕਿੰਨੇ ਜ਼ਿਲ੍ਹੇ ਲੱਗਦੇ ਨੇ? ਹਨੂਮਾਨਗੜ੍ਹ ਰਿਸ਼ਤੇਦਾਰੀ ਪੈਂਦੀ ਹੈ, ਤਾਂ ਹੀ ਪਤਾ, ਬਾਕੀਆਂ ਨੂੰ ਨਹੀਂ ਪਤਾ ਹੋਊ। ਅਤੇ ਗੰਗਾ ਨਗਰ, ਦੋ ਹੀ ਲੱਗਦੇ ਨੇ। ਰਾਜਸਥਾਨ ਦੇ ਟੋਟਲ 33 ਜ਼ਿਲ੍ਹੇ ਨੇ। ਅੱਛਾ, ਹਰਿਆਣੇ ਦੇ ਨਾਲ, ਹਰਿਆਣੇ ਦਾ ਕਿਹੜਾ ਕਿਹੜਾ ਜ਼ਿਲ੍ਹਾ ਪੰਜਾਬ ਨਾਲ ਲੱਗਦਾ? ਕੈਥਲ, ਫਤਿਆਬਾਦ, ਹੋਰ ਬੋਲੋ। ਜੀਂਦ ਸਹੀ ਹੈ, ਹੁਣ ਤੱਕ ਤਾਂ ਸਹੀ ਹੈ, ਅੱਗੇ ਬੋਲੋ। ਅੰਬਾਲਾ, सिरसा, कुरुक्षेत्र, कैथल, एक रह गया, सब तो उपर वाला रह गया पंचकुला। 7 जिले हरियाणे के पंजाब नाल लगते हैं। जम्मू कश्मीर के कितने जिले लगते पंजाब नाल? एक जिला कठुआ। पिछे जो कठुआ कांड होया सी, छोटी जी बच्ची का रेप होया सीगा उत्थे, है ना, किसी राजनेता ने किया सी, कोई पॉलिटिशियन सीगा। एनीवेज, होर किहड़ी स्टेट लगदी साडे नाल? हिमाचल लगदा। हिमाचल के किहड़े-किहड़े जिले लगदे साडे नाल? बिलासपुर, ऊना, सोलन, चंबा, कांगड़ा। सो तुसीं जदों पढ़दे रहोगे, देखते रहोगे मैप्स वगैरह, एक दिन च नहीं याद होगा, थोड़ा टाइम लगता, बार बार पढ़ना पैंदा। ठीक है, यही ने मेनली, तो यही ने साडे नाल यही लगदा। सो राजस्थान की गल कर रहे थे, अरावली पर्वत लगते हैं, लूनी नदी है, अरावली चो निकलती है, लूनी दिख रही है सारे, वो कच्छ के जाके खत्म हो जाती है, इदां ही राह च खत्म हो जाती है, क्योंकि उत्थे पहले ही बहुत गर्मी है, तो तुहानूं पता है कि जमीन पानी नूं सोख लैंदी है ना। तो अगे चलते हैं, हुण तुसीं देखो कुछ इलाका जिथे पानी लगता है उन्होंने रोही कहते हैं। बंगाल का कुछ इलाका जिथे पानी लगता उन्होंने रोही कहते हैं, वो बहुत वधिया है। पर जिहड़ी थां ते पानी है ही नहीं, बिल्कुल परले पासे हार्ड डेजर्ट है, उत्थे तो तुसीं खेती भी किवें करोगे? ठीक है ना। सो दैट इज एक्सट्रीम कंडीशन। उत्थे बड़े बड़े रेत के टिल्ले पाए जाते हैं, तुसीं अक्सर फिल्मां च या गाणियां च देखिया होगा, है ना, बड़े बड़े रेत के टिल्ले। या जिहड़े लोग सफारी नहीं करते हैं दुबई च जाके, वो राजस्थान भी जाके सफारी कर सकते हैं, सस्ती पऊगी। ठीक है ना, और 10-20 हज़ार रुपये च हो जूगी, उत्थे 5-7 लाख रुपये लाउंदे। सो इहनूं दरियान कहते हैं, दरियान। बाकी रीजनल नाम नहीं अपने अपने। हुण जे तुहानूं पुछा दुनिया की सब तो लंबी कैनाल किहड़ी है? रिवर का पता होगा, नील रिवर, नाइल रिवर। कैनाल सब तो वड्डी है इंदिरा गांधी कैनाल, जिहड़ी राजस्थान च, ठीक है, ड्रेन करती पानी। चलो नेक्स्ट चलते हैं। फिर तुहानूं की मिलेगा, कुछ इत्थे ऑयल ते गैस के रिजर्व भी देखे गए हैं। मैं तुहानूं दस्सिया सी ना कि राजस्थान दे विच जदों असीं नीचे जाके स्टडी की तो सानूं फिश वगैरह के अवशेष मिले। वो क्यों मिले? किहड़ी सी हुंदी सीगी? टैथिस सी। तो उहदे करके इत्थे काफ़ी चीज़ां सिमिलैरिटीज मिलदियां ने, जिवें कि समुद्र च मिलदियां ने। ठीक है, चलो अगे चलते हैं। डेजर्ट तो है ही है। हुण कई लोग कहते हैं राजस्थान के उपरों दी बदल लंघ के आउंदे आ। राजस्थान के लोग खड़े रहते बेचारे जून जुलाई के महीने टलियां खड़काते रहते, साढ़े दिन भी पा दे, पर वो पाते नहीं, क्योंकि बदलों ने मीह पाना, रस्ते कोई रुकावट होनी जरूरी है। जिवें हिमालय पर्वत ने बहुत उच्चे ने, रस्ते खड़े ने, बदल आते हैं, टकराते हैं, एकदम पानी नूं छड़ देंगे ने, क्योंकि बदलों ने पता तिब्बत च जाना होंदा। ठीक है ना, जिवें असीं गर्मी दी छुट्टियां च अपनी नानी के घर जाते होंगे ना, उवें बदलों ने भी अपनी नानी का घर कित्थे? बदलों का तिब्बत च, उत्थे जाना होंदा। ਉਹਦਾ रीजन है, ये दसूंगा मैं तुहानूं फिर जो आप क्लाइमेट पढ़ांगे। तो फिर इन्ने भारी होंदे वो पहाड़ कितना क्रॉस करन? वो कहते चलो ऐ करो, मीह पा दो तो अपना हल्के हो जाओ तो जाओ। गल समझ आई? सो इस तरह मीह पैंदा। लेकिन अरावली पर्वत ने जिहड़े इत्थे दो प्रॉब्लम्स ने, एक तो इन्ने उच्चे है नहीं, इन्हां दी हाइट बहुत घट है, तो दूसरा इन्हां दी डायरेक्शन सब तो बड़ी प्रॉब्लम है। हिमालय तो इस लोड ने, अरावली इस लोड ने, तो जिहड़े पहाड़ बदल आउंदे ने इदां नाल बस हैलो हाई करके लंघ जांदे ने, कोई तकरार नहीं होंदी, कोई लड़ाई पढ़ाई नहीं होंदी। सो मीह भी नहीं पाते वो, तो बड़ी मुश्किल होंदी उत्थे लोगों को। सो इस ठीक है जी, जे पानी की प्रॉपर मात्रा उत्थे होवे तो उत्थे भी बहुत वधिया खेती हो सकती।
ਅੱਗੇ ਪੰਜਾਬ ਬਾਰੇ ਤਾਂ ਮੈਂ ਤੁਹਾਨੂੰ ਕੀ ਦੱਸਾਂ, ਤੁਹਾਨੂੰ ਪਤਾ ਹੀ ਹੈ ਸਭ ਆਲਰੇਡੀ। ਪੰਜਾਬ ਦੇ ਵਿੱਚ ਵੀ ਫਲੂਵੀਅਲ ਪਲੇਨਸ ਨੇ, ਬਿਆਸ, ਸਤਲੁਜ, ਰਾਵੀ ਰਿਵਰਸ ਹੈਗੀਆਂ ਨੇ, ਖੱਦਰ ਦੇ ਪਲੇਨਸ ਨੇ, ਫਰਟਾਈਲ ਨੇ। ਪਰ ਸਾਊਥ ਪੰਜਾਬ ਜਿਹੜਾ ਹੈਗਾ ਹੁਣ ਉੱਥੇ ਕਾਫੀ ਐਲਿਡਿਟੀ ਦੀ ਪ੍ਰੋਬਲਮ ਆ ਰਹੀ ਹੈ। ਕਾਰਨ ਕੀ ਹੈ ਕਿ ਅਸੀਂ ਬਹੁਤ ਜ਼ਿਆਦਾ ਪਾਣੀ ਜ਼ਮੀਨ ਚੋਂ ਕੱਢੀ ਜਾ ਰਹੇ ਹਾਂ ਅਤੇ ਜਿਹੜੇ ਰੇਗਿਸਤਾਨ ਨੇ ਉਹ ਵਧੀ ਜਾ ਰਹੇ ਨੇ ਇੱਧਰਲੇ ਪਾਸੇ। ਇਹਦਾ ਇਲਾਜ ਇਹੀ ਹੈ ਵੀ ਇੱਕ ਤਾਂ ਪਾਣੀ ਨੂੰ ਕੱਢਣਾ ਘੱਟ ਕਰੀਏ, ਅਸੀਂ ਉੱਦਾਂ ਦੀਆਂ ਫਸਲਾਂ ਬੀਜੀਏ, ਤੇ ਦੂਸਰਾ ਰਾਜਸਥਾਨ ਦੇ ਨਾਲ ਜਿੰਨੇ ਸਾਡੇ ਜ਼ਿਲ੍ਹੇ ਲੱਗਦੇ ਨੇ ਉਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਇੱਕ ਗ੍ਰੀਨ ਬੈਲਟ ਬਣਾਈਏ, ਬਹੁਤ ਸਾਰੇ ਦਰਖਤ, ਹਜ਼ਾਰਾਂ ਕਰੋੜਾਂ ਦਰਖਤ ਲਾ ਦਈਏ ਉੱਥੇ, ਮਤਲਬ ਇੱਕ ਪ੍ਰੋਪਰ ਬੈਲਟ ਬਣਾ ਦਈਏ ਇੱਦਾਂ, ਤਾਂ ਕਿ ਉੱਥੋਂ ਦਾ ਰੇਤਾ ਉਹਨਾਂ ਨੂੰ ਨਾ ਆਵੇ, ਵਧੇ ਨਾ। ਠੀਕ ਹੈ। ਸੋ ਦੂਸਰੀ ਗੱਲ ਮੈਂ ਤੁਹਾਨੂੰ ਦੱਸ ਦਿੱਤਾ, ਡਰੇਨੇਜ ਦੀ ਪ੍ਰੋਬਲਮ ਹੈ। ਕਈ ਥਾਵਾਂ ਤੇ ਪਾਣੀ ਜਮ੍ਹਾਂ ਹੋ ਜਾਂਦਾ ਪਰ ਉੱਥੇ ਸੈਲੀਨੇਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ। ਸੋ ਇਦਾਂ ਦੀ ਪ੍ਰੋਬਲਮਸ ਹੈਗੀਆਂ, ਲੇਕਿਨ ਫਿਲਹਾਲ ਪੰਜਾਬ ਦੇ ਵਿੱਚ 3 ਰਿਵਰਸ ਨੇ ਅਤੇ ਦੁਆਬ ਪਾਏ ਜਾਂਦੇ ਨੇ। ਤੁਹਾਨੂੰ ਪਤਾ ਇਸ ਗੱਲ ਦਾ, ਦੁਆਬ 2 ਨਦੀਆਂ ਦੇ ਵਿਚਾਰ ਦਾ ਇਹ ਦੁਆਬ। ਜਿੱਦਾਂ ਜੇ ਮੈਂ ਗੱਲ ਕਰਾਂ, ਉੱਪਰ ਰਾਵੀ ਜਾ ਰਹੀ ਹੈ, ਇੱਥੇ ਬਿਆਸ ਜਾ ਰਹੀ ਹੈ, ਤਾਂ ਇਹ ਹੈਗਾ ਬਾਰੀ ਦੁਆਬ। ਆ ਸਤਲੁਜ ਹੈ ਅਤੇ ਬਿਆਸ ਹੈ, ਬਿਸਤ ਦੁਆਬ ਹੁੰਦੀ ਅਤੇ ਨੀਚੇ ਨੂੰ ਪੁਆਧ ਕਹਿੰਦੇ ਆ, ਪੁਆਧ ਨਿਚਲਾ ਇਲਾਕਾ, ਪੁਆਧ। ਠੀਕ ਹੈ। ਗੰਗੈਟਿਕ ਪਲੇਨਸ ਆ ਗਏ। ਗੰਗਾ ਤੁਹਾਨੂੰ ਪਤਾ ਸਾਡੇ ਦੇਸ਼ ਦੀ ਸਭ ਤੋਂ ਲੰਬੀ ਰਿਵਰ ਹੈ। ਕਿੰਨੀ ਲੰਬਾਈ ਹੈ ਗੰਗਾ ਦੀ? 2525 ਕਿਲੋਮੀਟਰ ਤਕਰੀਬਨ। ਕੁਝ ਫਿਰ ਬੰਗਲਾਦੇਸ਼ ਵੀ ਚਲੀ ਜਾਂਦੀ ਹੈ। ਠੀਕ ਹੈ। ਸੋ ਇਹਨੂੰ ਆਪਾਂ 3 ਹਿੱਸਿਆਂ 'ਚ ਫੇਰ ਵੰਡਤਾ, ਅਪਰ ਗੰਗਾ, ਮਿਡਲ ਗੰਗਾ, ਲੋਅਰ ਗੰਗਾ। ਤੁਸੀਂ ਇਹਨਾਂ ਚੱਕਰਾਂ 'ਚ ਨਾ ਪਿਓ, ਤੁਸੀਂ ਸਿੰਪਲ ਸਮਝੋ ਗੱਲ ਨੂੰ ਕਿ ਯਮੁਨਾ ਵੀ ਹੈਗੀ ਹੈ। ਕਈ ਸਾਰੇ ਰਿਵਰਸ ਨੇ ਗੰਗਾ ਦੇ ਨਾਲ ਜਿਹੜੀਆਂ ਜਾ ਕੇ ਮਿਲ ਜਾਂਦੀਆਂ ਨੇ। ਯਮੁਨਾ, ਘਾਗਰਾ, ਰੋਹਿਲਖੰਡ ਬਹੁਤ ਇੰਪੋਰਟੈਂਟ ਹੈ। ਰੋਹਿਲਖੰਡ ਇੱਕ ਜਗ੍ਹਾ ਹੈਗੀ ਹੈ ਜਿਹੜੀ ਯੂਪੀ ਅਤੇ ਐਮਪੀ ਦੇ ਵਿਚਕਾਰ ਪੈਂਦੀ ਹੈ। ਠੀਕ ਹੈ। ਇੱਥੇ ਸੈਂਡੀ ਡਿਪੋਜ਼ਿਟ ਪਾਏ ਜਾਂਦੇ ਨੇ। ਹੋਰ ਦੇਖਦੇ ਹਾਂ, ਕੋਸੀ ਦੇ ਆਲੇ ਦੁਆਲੇ ਕੋਸੀ ਦੇ ਮੈਦਾਨ ਨੇ। ਬਿਹਾਰ ਦੇ ਵਿੱਚੋਂ ਲੰਘਦੀ ਕੋਸੀ। ਤੁਹਾਨੂੰ ਮੈਂ ਦੱਸਿਆ ਸੀ ਕਿ ਇਹਨੂੰ ਬਿਹਾਰ ਦਾ ਦੁੱਖ ਕਿਹਾ ਜਾਂਦਾ ਕਿਉਂਕਿ ਉੱਥੇ ਹੜ੍ਹ ਆ ਜਾਂਦੇ ਨੇ ਤੇ ਵੈਸੇ ਉਸ ਇਲਾਕੇ ਨੂੰ ਮਗਧ ਜਾਂ ਅਵਧ ਜਾਂ ਅੰਗ ਵੀ ਕਿਹਾ ਜਾਂਦਾ। ਇਹ ਪੁਰਾਣੇ ਨਾਮ ਨੇ, ਪ੍ਰਾਚੀਨ ਕਾਲ ਦੇ ਮਹਾਜਨਪਦ ਹੁੰਦੇ ਸੀਗੇ 16, ਉਹਨਾਂ ਦੇ ਨਾਮ ਰੱਖੇ ਹੋਏ ਨੇ। ਫਲੱਡ ਪ੍ਰੋਨ ਏਰੀਆ ਕਿਉਂਕਿ ਰਿਵਰ ਕੋਸੀ ਜਿਹੜੀ ਹੈਗੀ ਸ਼ਿਫਟ ਕਰਦੇ ਰਹਿੰਦੇ, ਕਦੇ ਇੱਧਰ ਨੂੰ ਚਲੀ ਗਈ, ਉੱਧਰ ਨੂੰ ਚਲੀ ਗਈ। ਜਦੋਂ ਇੱਧਰ ਨੂੰ ਚੱਲਦੀ ਆ ਲੋਕ ਉੱਧਰ ਘਰ ਪਾ ਲੈਂਦੇ ਆ, ਫਿਰ ਉੱਧਰ ਨੂੰ ਆ ਜਾਂਦੇ, ਫਿਰ ਉੱਧਰੋਂ ਫਿਰ ਉੱਪਰ ਪੁੱਜ ਜਾਂਦੇ ਆ। ਸੋ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਕਿਉਂਕਿ ਗਰੀਬ ਸਟੇਟ ਹੈ, ਪੋਪੂਲੇਸ਼ਨ ਬਹੁਤ ਜ਼ਿਆਦਾ, ਤੁਹਾਨੂੰ ਪਤਾ ਹੀ। ਇੰਡੀਆ ਦੀ ਪੋਪੂਲੇਸ਼ਨ ਡੈਂਸਿਟੀ ਕਿੰਨੀ ਹੈ ਇਹ ਤਾਂ ਤੁਹਾਨੂੰ ਪਤਾ ਹੋਊਗਾ ਵੀ 2011 ਦੇ ਵਿੱਚ ਇੰਡੀਆ ਦੀ ਪੋਪੂਲੇਸ਼ਨ ਕਿੰਨੀ ਸੀਗੀ? ਕਿੰਨੀ? 125 ਕਰੋੜ ਕਹਿੰਦੇ ਨੇ ਨਾ ਆਪਾਂ। 121 ਕਰੋੜ ਸੀ ਉਦੋਂ ਉਹਨਾਂ ਦਿਨਾਂ 'ਚ। ਚਲੋ ਹੁਣ ਤਾਂ 130 ਤੋਂ ਵੀ ਅੱਗੇ ਚਲੀ ਗਈ ਹੋਣੀ, 130 ਤੋਂ 35 ਦੇ ਵਿੱਚ ਕੁਝ ਨਾ ਕੁਝ ਹੋਊਗਾ ਫਿਗਰ। ਲੇਕਿਨ ਇੰਡੀਆ ਦੀ ਪੋਪੂਲੇਸ਼ਨ ਡੈਂਸਿਟੀ ਜੇ ਆਪਾਂ ਇੰਡੀਆ ਦੀ ਟੋਟਲ ਪੋਪੂਲੇਸ਼ਨ ਨੂੰ ਇਹਦੇ ਏਰੀਆ ਨਾਲ ਵੰਡ ਦਈਏ ਤਾਂ 382 ਹੈ ਅਤੇ ਸਾਡੇ ਪੰਜਾਬ ਦੀ 551 ਹੈ ਕਿਉਂਕਿ ਪੰਜਾਬ ਇੱਕ ਮੈਦਾਨੀ ਇਲਾਕਾ, ਇੱਥੇ ਲੋਕ ਜ਼ਿਆਦਾ ਰਹਿੰਦੇ। ਠੀਕ ਹੈ। ਸੋ ਹੋਰ ਕੀ ਮਿਲੂਗਾ ਤੁਹਾਨੂੰ? ਗੰਗਾ ਜਿਹੜੀ ਹੈਗੀ ਹੈ ਵੈਸਟ ਬੰਗਾਲ 'ਚ ਚਲੀ ਜਾਂਦੀ ਹੈ। ਉੱਥੇ ਸੁੰਦਰਬਨ ਦਾ ਡੈਲਟਾ, ਆ ਦੇਖੋ ਤੁਸੀਂ ਆ ਹਰੇ ਰੰਗ ਦਾ ਦੇਖ ਰਹੇ ਹੋ, ਹਰਾ ਸਾਰਾ ਹੀ ਡੈਲਟਾ ਹੈ, ਆ ਸਾਰਾ ਡੈਲਟਾ ਹੈ, ਸੁੰਦਰਬਨ ਦਾ ਡੈਲਟਾ। ਤਾਂ ਕਦੇ ਵੀ ਜਦੋਂ ਨਦੀਆਂ ਜਾ ਕੇ ਸਮੁੰਦਰ 'ਚ ਮਿਲਦੀਆਂ ਤਾਂ ਇਦਾਂ ਫੈਲ ਜਾਂਦੀਆਂ, ਇਦਾਂ ਦੀ ਸ਼ੇਪ ਬਣ ਜਾਂਦੀ ਹੈ, ਟ੍ਰਾਇੰਗੂਲਰ ਸ਼ੇਪ ਬਣ ਰਹੀ ਹੈ ਨਾ, ਤਾਂ ਡੈਲਟਾ ਬਣ ਗਿਆ। ਇੱਥੇ ਵਿਚਾਲੇ ਬਹੁਤ ਸਾਰੇ ਛੋਟੇ ਛੋਟੇ ਟਾਪੂ ਹੁੰਦੇ ਨੇ, ਦਵੀਪ ਹੁੰਦੇ ਨੇ। ਠੀਕ ਹੈ। ਸਾਗਰ ਆਈਲੈਂਡ ਹੈਗਾ, ਲੋਥੀਅਨ ਆਈਲੈਂਡ ਹੈਗਾ, ਇੱਥੇ ਇਹ ਨੈਸ਼ਨਲ ਪਾਰਕ ਵੀ ਹੈ। ਅਤੇ ਇੱਥੇ ਕੀ ਪਾਏ ਜਾਂਦੇ ਨੇ? ਬੰਗਾਲ ਟਾਈਗਰ ਪਾਏ ਜਾਂਦੇ ਨੇ। ਉਹ ਫਿਸ਼ ਖਾਂਦੇ ਨੇ ਕਿਉਂਕਿ ਉੱਥੇ ਡੈਲਟਾ ਦੇ ਵਿੱਚ ਫਿਸ਼ ਮਿਲਦੀ। ਇੰਡੀਆ ਇਕਲੌਤੀ ਇਹੋ ਜਿਹੀ ਕੰਟਰੀ ਹੈ ਜਿਹਦੇ ਵਿੱਚ ਟਾਈਗਰ ਅਤੇ ਲਾਇਨ ਦੋਨੋਂ ਪਾਏ ਜਾਂਦੇ ਨੇ। ਇਹ ਦੇਖ ਲਿਓ, ਇਹ ਚੀਜ਼ਾਂ ਸਰਚ ਕਰਿਆ ਕਰੋ। ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਟਾਈਗਰ ਦੀ ਪੋਪੂਲੇਸ਼ਨ ਕਿੱਥੇ ਹੈ? ਖੁਦਾ ਸਾਹਿਬ ਮੈਕਸਿਮਮ ਟਾਈਗਰ ਕਿਹੜੀ ਸਟੇਟ 'ਚ ਪਾਏ ਜਾਂਦੇ ਆ? ਮੱਧ ਪ੍ਰਦੇਸ਼, ਫਿਰ ਕਰਨਾਟਕਾ। ਠੀਕ ਹੈ। ਹੁਣ ਆਪਾਂ ਆਸਾਮ ਦੀ ਗੱਲ ਕਰਦੇ ਹਾਂ। ਆਸਾਮ ਚਲੇ ਗਏ ਆਪਾਂ, ਉੱਥੇ ਮੇਨ ਰਿਵਰ ਕਿਹੜੀ ਹੈ? ਅੱਛਾ, ਬ੍ਰਹਮਪੁੱਤਰ ਆਉਂਦੀ ਤਾਂ ਪਿੱਛੋਂ ਕਿੱਥੋਂ ਆਉਂਦੀ ਹੈ? ਕੈਲਾਸ਼ ਮਾਨਸਰੋਵਰ ਤੋਂ, ਐਂਟੀਸੀਡੈਂਟ ਰਿਵਰ ਹੈ। ਫਿਰ ਆ ਕੇ ਇਹ ਇੰਡੀਆ 'ਚ ਐਂਟਰ ਕਰ ਜਾਂਦੀ ਹੈ। ਇਹਦੇ ਅਲੱਗ-ਅਲੱਗ ਨਾਮ ਨੇ, ਉਹਨਾਂ ਬਾਰੇ ਆਪਾਂ ਅੱਗੇ ਜਾ ਕੇ ਰਿਵਰਸ ਪੜਾਂਗੇ। ਫਿਰ ਇਹ ਅੱਗੇ ਜਾ ਕੇ ਫਲੱਡ ਕਾਫੀ ਲੈ ਕੇ ਆਉਂਦੀ ਹੈ ਆਸਾਮ ਦੇ ਵਿੱਚ। ਇਹਦੀਆਂ ਬਹੁਤ ਸਾਰੀਆਂ ਟ੍ਰਿਬਿਊਟਰੀਜ਼ ਨੇ। ਟ੍ਰਿਬਿਊਟਰੀ ਦਾ ਮਤਲਬ ਜਿਹੜੀਆਂ ਛੋਟੀਆਂ ਛੋਟੀਆਂ ਨਦੀਆਂ ਦੇ ਵਿੱਚ ਜਾ ਕੇ ਮਿਲ ਜਾਂਦੀਆਂ ਨੇ, ਜਿੱਦਾਂ ਮਾਨਸ, ਸੁਬਨਸਿਰੀ, ਦਿਹਾਂਗ, ਦਿਬਾਂਗ, ਲੋਹਿਤ, ਧਨਸਿਰੀ ਤੇ ਕਪਿਲ। ਇਹਨਾਂ ਬਾਰੇ ਆਪਾਂ ਅੱਗੇ ਜਾ ਕੇ। ਸੋ ਇਹ ਕਲੀਅਰ ਹੋ ਗਿਆ ਹੁਣ ਤੱਕ ਜੋ ਆਪਾਂ ਆਹ ਪੜਿਆ, ਆਪਾਂ ਮੈਦਾਨਾਂ ਬਾਰੇ ਪੜਿਆ।
ਮੈਦਾਨਾਂ ਦੇ ਵਿੱਚ ਆਪਾਂ ਦੇਖਿਆ ਵੀ 4 ਤਰ੍ਹਾਂ ਦੀ ਕੈਟੇਗਰਾਈਜੇਸ਼ਨ ਹੁੰਦੀ ਹੈ, ਬੱਬਰ, ਤਰਾਈ, ਖੱਦਰ, ਬਾਂਗਰ। ਫਿਰ ਆਪਾਂ ਰਾਜਸਥਾਨ ਦੇ ਪਲੇਨਸ ਪੜ੍ਹੇ। ਰਾਜਸਥਾਨ ਦੇ ਪਲੇਨਸ ਜਿਹੜੇ ਨੇ ਪਰਲੇ ਪਾਸੇ ਉਹਨੂੰ ਕੀ ਬਗਾਰ ਕਹਿੰਦੇ, ਬਗਾਰ। ਅਤੇ ਜਿਹੜੀ ਫਰਟਾਈਲ ਜਗ੍ਹਾ ਹੁੰਦੀ ਉਹਨੂੰ ਰੋਹੀ ਕਹਿੰਦੇ ਆ, ਜਿਹੜੇ ਰੇਤ ਦੇ ਟਿੱਲੇ ਹੁੰਦੇ ਉਹਨੂੰ ਦਰਿਆਨਸ ਕਹਿੰਦੇ ਆ। ਹਾਂਜੀ, ਤੇ ਮੀਂਹ ਕਿਉਂ ਨਹੀਂ ਪੈਂਦਾ ਰਾਜਸਥਾਨ 'ਚ ਤੁਹਾਨੂੰ ਪਤਾ ਲੱਗ ਗਿਆ। ਫਿਰ ਅੱਗੇ ਚੱਲਦੇ ਆ, ਆਪਾਂ ਪੰਜਾਬ ਦੇ ਪਲੇਨਸ ਬਾਰੇ ਤਾਂ ਜਾਣਦੇ ਹੀ ਆ ਕਿ ਪੰਜਾਬ ਦੇ ਵਿੱਚ ਦੁਆਬ ਨੇ, ਬਿਸਤ ਦੁਆਬ, ਬਾਰੀ ਦੁਆਬ ਅਤੇ ਪੁਆਧ ਰੀਜਨ ਹੈ। ਫਿਰ ਯੂਪੀ ਦੇ ਵਿੱਚ ਕਾਫੀ ਸਾਰੇ ਰਿਵਰਸ ਨੇ, ਉੱਥੇ ਕਿਹੜੇ ਏਰੀਏ ਸੀਗੇ। ਇੱਕ ਤਾਂ ਹੈਗਾ ਸੀ ਤੁਹਾਡਾ ਮਤਲਬ ਮਗਧ ਵਾਲਾ ਇਲਾਕਾ, ਇੱਕ ਰੋਹਿਲਖੰਡ ਸੀਗਾ। ਹੋਰ ਚਲੇ ਗਏ ਉਧਰ ਪਾਸੇ ਅਸਾਮ ਆ ਗਏ। तो 4 ਆਪਾਂ डिवीजन होता भी पढ़ ली। ਹੁਣ ਆਪਾਂ ਪੜ੍ਹਦੇ ਹਾਂ ਜੀ, ਆ 2 ਟੌਪਿਕ ਸਾਡੇ ਹੋ ਗਏ। ਪੈਨੀਸੂਲਰ ਪਲੇਟਿਊ। ਪੈਨੀਸੂਲਾ ਕੀ ਹੁੰਦਾ? ਪੈਨੀਸੂਲਾ ਮੈਂ ਤੁਹਾਨੂੰ ਦੱਸਿਆ ਸੀਗਾ, ਜਿਹੜਾ ਜ਼ਮੀਨ ਦਾ ਟੁਕੜਾ 3 ਪਾਸੋਂ ਪਾਣੀ ਨਾਲ ਘਿਰਿਆ ਹੁੰਦਾ ਉਹਨੂੰ ਅਸੀਂ ਪੈਨੀਸੂਲਾ ਕਹਿੰਦੇ ਹਾਂ। ਠੀਕ ਹੈ, ਤੇ ਜਿਹੜਾ ਇੱਕ ਏਜ ਸੀਗੀ ਜਿਹਨੂੰ ਪ੍ਰੀ ਕੈਂਬਰੀਅਨ ਏਜ ਕਹਿੰਦੇ ਆ, ਆਹ 8 ਚੀਜ਼ਾਂ ਬਣੀਆਂ ਇੰਡੀਆ ਦੇ ਵਿੱਚ, ਨੀਚੇ ਪੈਨੀਸੂਲਾ ਦੇ ਵਿੱਚ 8 ਚੀਜ਼ਾਂ, 8 ਅਲੱਗ-ਅਲੱਗ ਖੇਤਰ ਨੇ ਇੰਡੀਆ ਦੇ ਪੈਨੀਸੂਲਾ 'ਚ। ਠੀਕ ਹੈ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਾਰਥ ਸੈਂਟਰਲ ਹਾਈਲੈਂਡਸ ਦੀ। ਤੁਸੀਂ ਦੇਖੋ ਇਹਨਾਂ ਦੀ ਲੋਕੇਸ਼ਨ ਮੈਂ ਤੁਹਾਨੂੰ ਦੱਸ ਦੇਣਾ। ਜਿੱਦਾਂ ਮੰਨ ਲਓ ਸੈਂਟਰਲ ਹਾਈਲੈਂਡ ਨੇ, ਸੈਂਟਰ ਦੇ ਵਿੱਚ ਨੇ, ਜਿਹਨੂੰ ਆਪਾਂ ਹੁਣ ਮੱਧ ਪ੍ਰਦੇਸ਼ ਕਹਿ ਦਿੰਦੇ ਹਾਂ, ਹਨਾ। ਸੈਕਿੰਡ ਹੈਗਾ ਸਾਊਥ ਸੈਂਟਰਲ ਆਈਲੈਂਡਸ, ਮਤਲਬ ਹੋਰ ਸਾਊਥ ਚਾਲੂ ਆਹ ਵਾਲਾ ਇਲਾਕਾ ਆ ਗਿਆ, ਜਿੱਥੇ ਹੁਣ ਮਹਾਰਾਸ਼ਟਰ, ਕਰਨਾਟਕਾ ਵਗੈਰਾ ਪੈਂਦਾ। ਫਿਰ ਆਜੋ ਜੀ ਤੁਸੀਂ ਨਾਰਥ ਵਾਲੇ ਪਾਸੇ ਆਜੋ, ਡੈਕਨ ਦੇ। ਸਾਊਥ ਵਾਲੇ ਪਾਸੇ ਆਜੋ, ਡੈਕਨ ਦੇ। ਆ ਸਾਰਾ ਡੈਕਨ ਹੈ, ਡੈਕਨ ਹੈ ਸਾਰਾ। ਈਸਟਰਨ ਘਾਟਸ, ਵੈਸਟਰਨ ਘਾਟ ਆ ਗਏ ਪਰਲੇ ਪਾਸੇ, ਇੱਧਰਲੇ ਪਾਸੇ ਈਸਟਰਨ ਘਾਟ ਆ ਗਏ, ਅਤੇ ਇੱਧਰਲੇ ਪਾਸੇ ਮੇਘਾਲਿਆ ਆ ਗਏ। ਸੋ ਆਪਾਂ ਨੂੰ ਥੋੜਾ ਇੰਡੀਆ ਬਾਰੇ ਜਾਣਨਾ ਚਾਹੀਦਾ। ਇਹ ਸਭ ਤੋਂ ਇੰਪੋਰਟੈਂਟ ਟੌਪਿਕ ਹੈ, ਕਿਉਂਕਿ ਇਹਦੇ ਬਾਰੇ ਤੁਸੀਂ ਨਹੀਂ ਜਾਣਦੇ ਜ਼ਿਆਦਾਤਰ। ਤੁਹਾਨੂੰ ਪਤਾ ਰਿਵਰਸ ਨੇ, ਮਾਊਂਟੇਨਸ ਨੇ, ਮੈਦਾਨ ਨੇ, ਪਤਾ ਤੁਹਾਨੂੰ। ਪਰ ਹੁਣ ਆਪਾਂ ਸਾਊਥ ਇੰਡੀਆ ਬਾਰੇ ਪੜ੍ਹ ਰਹੇ ਹਾਂ। ਸਾਊਥ ਇੰਡੀਆ ਨਹੀਂ ਕਹਿ ਸਕਦੇ ਆਪਾਂ, ਹੁਣ ਪੈਨੀਸੂਲਾ ਬਾਰੇ ਪੜ੍ਹ ਰਹੇ ਹਾਂ। ਜਿਹੜੀਆਂ 2 ਚੀਜ਼ਾਂ ਅਸੀਂ ਦੇਖੀਆਂ, ਮੈਦਾਨ ਤੇ ਪਹਾੜ, ਉਹ ਤਾਂ ਅਸੀਂ ਦੇਖੇ ਹੀ ਨਹੀਂ। ਹੁਣ ਅਸਲੀ ਚੀਜ਼ ਸ਼ੁਰੂ ਹੋ ਰਹੀ ਹੈ ਤੁਹਾਡੇ ਵਾਸਤੇ। ਹੁਣ ਥੋੜੇ ਜਿਹੇ ਨਾਮ ਅਟਪਟੇ ਨਾਮ ਆਉਣਗੇ, ਥੋੜੇ ਡਿਫਿਕਲਟ ਜਿਹੇ ਨਾਮ ਹੋਣਗੇ। ਡਿਫਿਕਲਟ ਤਾਂ ਕੀ ਹੋਣਗੇ, 4-5 ਵਾਰੀ ਬੋਲ ਲਿਆ ਤਾਂ ਉਹ ਚੀਜ਼ ਕੰਫਰਟੇਬਲ ਹੋ ਜਾਂਦੀ ਹੈ, ਰਾਈਟ। ਸੋ ਸਭ ਤੋਂ ਪਹਿਲਾਂ ਕੀ ਕਹਿੰਦੇ ਜੀ, ਨਾਰਥ ਸੈਂਟਰਲ ਹਾਈਲੈਂਡਸ, ਮਤਲਬ ਇੰਡੀਆ ਦੇ ਸੈਂਟਰ 'ਚ ਚਲੇ ਜਾਓ, ਆ ਚੀਜ਼ਾਂ ਮਿਲਣਗੀਆਂ ਤੁਹਾਨੂੰ। ਅਰਾਵਲੀ ਪਰਬਤ ਨੇ, ਆਪਾਂ ਹੁਣੇ ਪੜ੍ਹੇ। ਅਰਾਵਲੀ ਪਰਬਤਾਂ ਦੀ ਡਾਇਰੈਕਸ਼ਨ ਜਿਹੜੀ ਹੈਗੀ ਆ ਉਹ ਮੌਨਸੂਨ ਦੀ ਡਾਇਰੈਕਸ਼ਨ ਦੇ ਨਾਲ ਦੀ ਹੈ, ਇਸ ਕਰਕੇ ਫਿਰ ਉੱਥੇ ਮੀਂਹ ਨਹੀਂ ਪੈਂਦਾ। ਫਿਰ ਮਹਾਭਾਰਤ ਅਪਲੈਂਡਸ ਨੇ, ਇਸ ਇਲਾਕੇ ਨੂੰ ਮਹਾਭਾਰਤ, ਕਿਉਂਕਿ ਤੁਸੀਂ ਐਵੇਂ ਹੀ ਜੋੜ ਸਕਦੇ ਹੋ ਵੀ ਮਹਾਭਾਰਤ ਹੋਈ ਸੀ ਇੱਥੇ, ਹਨਾ, ਯੁੱਧ ਹੋਇਆ ਸੀਗਾ। ਮੱਧ ਭਾਰਤ ਪੱਥਰ, ਇਹ ਸੈਂਟਰਲ ਆ ਗਿਆ। ਬੁੰਦੇਲਖੰਡ, ਇਹ ਯੂਪੀ ਅਤੇ ਮੇਨਲੀ ਯੂਪੀ ਦੇ ਵਿੱਚ ਹੀ ਬੁੰਦੇਲਖੰਡ। ਸੋ ਪਹਿਲਾਂ ਅਰਾਵਲੀ ਬਾਰੇ ਪੜ੍ਹਦੇ ਹਾਂ। ਜਿਵੇਂ ਹਿਮਾਲਿਆਜ਼ ਯੰਗ ਨੇ, ਅਰਾਵਲੀ ਓਲਡੈਸਟ ਹੈ। ਓਲਡ ਨਹੀਂ ਹੈਗੀ, ਕੱਲੀ ਓਲਡੈਸਟ ਹੈ। ਠੀਕ ਹੈ, ਅੱਛਾ। ਸੈਡੀਮੈਂਟਰੀ ਅਤੇ ਮੈਟਾਮੋਰਫਿਕ ਰੌਕਸ ਪਾਏ ਜਾਂਦੇ ਨੇ। ਤੁਸੀਂ ਇਦਾਂ ਯਾਦ ਰੱਖੋ, ਮਾਰਬਲ ਅਤੇ ਕੁਆਰਟਜ਼ਾਈਟ। ਮਾਰਬਲ ਸਭ ਤੋਂ ਮਸ਼ਹੂਰ ਹੈਗਾ ਮਕਰਾਨਾ ਦਾ, ਰਾਜਸਥਾਨ ਦਾ ਮਕਰਾਨ ਜਿਹੜਾ ਹੈਗਾ ਉੱਥੋਂ ਦਾ ਮਸ਼ਹੂਰ ਹੈ। ਠੀਕ ਹੈ, ਅੱਛਾ। ਗ੍ਰੇਨਾਈਟ ਵਗੈਰਾ ਆਪਾਂ ਯੂਜ਼ ਕਰਦੇ ਹਾਂ ਘਰੇ ਪੌੜੀਆਂ ਪਾਣੀਆਂ 'ਚ, ਉਹ ਵੀ ਕਾਫੀ ਜਗ੍ਹਾ ਤੋਂ ਨਿਕਲਦਾ। ਗ੍ਰੇਨਾਈਟ ਮੱਧ ਪ੍ਰਦੇਸ਼ ਚੋਂ ਨਿਕਲਦਾ, ਕਰਨਾਟਕਾ ਚੋਂ ਵੀ ਨਿਕਲਦਾ। ਠੀਕ ਹੈ, ਪਾਲਨਪੁਰ ਹੈਗਾ ਗੁਜਰਾਤ ਦੇ ਵਿੱਚ, ਉੱਥੋਂ ਲੈ ਕੇ ਦਿੱਲੀ ਤੱਕ ਨੇ ਅਰਾਵਲੀ ਪਰਬਤ। ਜੇ ਤੁਸੀਂ ਕਦੇ ਦਿੱਲੀ, ਕਿਉਂਕਿ ਆਪਾਂ ਜਦੋਂ ਦਿੱਲੀ ਜਾਂਦੇ ਹਾਂ, ਜਿਹੜੀ ਸਾਈਡ ਤੋਂ ਆਪਾਂ ਜਾਂਦੇ ਹਾਂ ਉਸ ਸਾਈਡ ਤੇ ਨਹੀਂ ਆਉਂਦੇ ਇਹ, ਲੇਕਿਨ ਜੇ ਤੁਸੀਂ ਗੁੜਗਾਉਂ ਜਾਂ ਫਰੀਦਾਬਾਦ ਵਾਲੀ ਸਾਈਡ ਤੋਂ ਦਿੱਲੀ ਐਂਟਰ ਕਰੋਗੇ ਨਾ, ਉੱਥੇ ਤੁਹਾਨੂੰ ਅਰਾਵਲੀ ਪਰਬਤ ਦਿਖਣਗੇ। ਹੈਗੇ ਪ੍ਰੋਪਰ ਪਹਾੜ ਹੈਗੇ, ਮਤਲਬ ਇੰਨੇ ਉੱਚੇ ਨਹੀਂ ਹੈਗੇ ਵੀ ਬਰਫ਼ ਜੰਮ ਜੇ, ਨੀਵੇਂ ਨੇ। ਉੱਥੇ ਬਹੁਤ ਹਰਿਆਲੀ ਹੈ, ਕਾਫੀ ਹਰਿਆਲੀ ਹੈ। ਹੁਣ ਤਾਂ ਉਹ ਸਾਰੀ ਜਗ੍ਹਾ 'ਚ ਵੀ ਬਿਲਡਿੰਗਸ ਬਣਨੀਆਂ ਸ਼ੁਰੂ ਹੋ ਗਈਆਂ, ਪਰ ਰਿਜ਼ਰਵਡ ਏਰੀਆ। ਠੀਕ ਹੈ, ਅੱਛਾ। ਅਰਾਵਲੀ ਪਰਬਤਾਂ ਦੇ ਵਿੱਚੋਂ ਸਾਬਰਮਤੀ ਨਿਕਲਦੀ ਹੈ, ਲੂਨੀ ਨਿਕਲਦੀ ਹੈ। ਲੂਨੀ ਤਾਂ ਆਪਾਂ ਪੜ੍ਹ ਲਿਆ, ਕੱਛ ਦੇ ਵਿੱਚ ਜਾ ਕੇ ਗਿਰ ਗਈ ਸੀ ਜਿਹੜੀ। ਬਾਨਸ ਨਿਕਲਦੀ ਹੈ। ਹੁਣ ਸਾਬਰਮਤੀ ਚਲੀ ਜਾਂਦੀ ਹੈ ਗੁਜਰਾਤ ਵਾਲੇ ਪਾਸੇ, ਹਨਾ। ਸਾਬਰਮਤੀ ਨਦੀ ਦੇ ਕੰਢੇ ਤੇ ਕਿਹੜਾ ਸ਼ਹਿਰ ਵਸਿਆ ਹੋਇਆ? ਅਹਿਮਦਾਬਾਦ, ਹਨਾ। ਬਾਨਸ ਜਿਹੜੀ ਹੈਗੀ ਆ ਉਹ ਉਹਨਾਂ ਨੂੰ ਆ ਜਾਂਦੀ ਹੈ ਐਮਪੀ ਵਾਲੇ ਪਾਸੇ, ਮੱਧ ਪ੍ਰਦੇਸ਼ ਯੂਪੀ ਵਾਲੇ ਪਾਸੇ ਆ ਜਾਂਦੀ ਹੈ। ਅਤੇ ਲੂਨੀ ਵੀ ਪਰਾਂ ਚਲੀ ਗਈ, ਇਹ ਕੱਛ ਦੇ ਵਿੱਚ ਜਾ ਕੇ ਖਤਮ ਹੋ ਜਾਂਦੀ ਹੈ। ਇਹ ਮੈਂ ਤੁਹਾਨੂੰ ਦੱਸਿਆ।
ਬੁੰਦੇਲਖੰਡ ਦੀ ਮੈਂ ਗੱਲ ਕਰ ਰਿਹਾ ਸੀਗਾ ਵੀ ਯੂਪੀ ਅਤੇ ਮੱਧ ਪ੍ਰਦੇਸ਼ ਦੇ ਵਿਚਾਲੇ ਇੱਕ ਇਲਾਕਾ ਹੈਗਾ ਜਿਹਨੂੰ ਉਹ ਬੁੰਦੇਲਖੰਡ ਕਹਿੰਦੇ ਆ। ਜਿਹੜਾ ਆਪਾਂ ਝਾਂਸੀ ਪੜ੍ਹਦੇ ਨੇ, ਝਾਂਸੀ ਦੀ ਲੜਾਈ, ਝਾਂਸੀ ਦੀ ਰਾਣੀ, ਉਹ ਇਸੇ ਏਰੀਆ ਤੋਂ ਬਿਲੋਂਗ ਕਰਦੇ ਸੀ। ਸੋ ਇੱਥੇ ਮੇਨਲੀ ਤੁਹਾਨੂੰ ਆਹ ਵਾਲੇ ਪੱਥਰ ਮਿਲਣਗੇ, ਗ੍ਰੇਨਾਈਟ ਤੇ ਗ੍ਰੇਸਿਕ, ਇਦਾਂ ਦੇ ਪੱਥਰ। ਗ੍ਰੇਨਾਈਟ ਮਿਲੂਗਾ ਇੱਥੇ। ਹੁਣ ਇਦਾਂ ਦੇ ਪੱਥਰ ਜਦੋਂ ਹੋਣਗੇ ਫਿਰ ਖੇਤੀ ਕਰਨਾ ਥੋੜਾ ਮੁਸ਼ਕਿਲ ਹੈ, ਤੇ ਇੱਥੇ ਖੇਤੀ ਬੜੀ ਮੁਸ਼ਕਿਲ ਹੁੰਦੀ ਹੈ। ਡਰੋਟ ਪ੍ਰੋਨ ਨੇ, ਐਗਰੀਕਲਚਰ ਜ਼ਿਆਦਾ ਹੁੰਦੀ ਨਹੀਂ। ਝਾਂਸੀ, ਗਵਾਲੀਅਰ ਤੇ ਹਮੀਰਪੁਰ ਇੱਥੇ ਡਿਸਟ੍ਰਿਕਟ ਲੱਗਦੇ। ਝਾਂਸੀ ਯੂਪੀ ਚ ਹੈ ਕਿ ਐਮਪੀ ਚ? यूपी ਚ ਹੈ, ਲੇਕਿਨ ਉਹ ਕਾਫੀ ਅੰਦਰ ਤੱਕ ਜਾ ਕੇ ਆਇਆ ਲੱਗਦਾ ਯੂਪੀ ਚ ਹੈਗਾ, ਯੂਪੀ ਚ। ਸੋ ਆ ਹੈਗਾ ਆਪਣਾ ਬੁੰਦੇਲਖੰਡ ਬਾਰੇ ਮੈਂ ਤੁਹਾਨੂੰ ਦੱਸਣਾ ਸੀਗਾ। ਥੋੜਾ ਥੋੜਾ ਇਹਦੇ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ। ਫਿਰ ਆਪਾਂ ਪੜਾਂਗੇ ਵਿੰਧਿਆ ਬਾਰੇ। ਵਿੰਧਿਆ ਦੇ ਪਰਬਤ ਨੇ, ਮਾਲਵਾ ਦਾ ਪਠਾਰ ਹੈ। ਮਾਲਵਾ ਇੱਕ ਤਾਂ ਆਪਣੇ ਪੰਜਾਬ ਚ ਵੀ ਹੈ, ਪਰ ਇਹ ਮਾਲਵਾ ਯੂਪੀ ਵਾਲਾ, ਯੂਪੀ ਤੇ ਰਾਜਸਥਾਨ ਦੇ ਇਲਾਕੇ ਨੂੰ ਮਾਲਵਾ ਕਹਿੰਦੇ ਨੇ, ਜਿੱਥੇ ਉਹਦੀ ਬਾਉਂਡਰੀ ਲੱਗਦੀ ਹੈ। ਠੀਕ ਹੈ ਜੀ। ਨਰਮਦਾ ਇਹ ਨਦੀ ਹੈਗੀ, ਇਹਦੇ ਬਾਰੇ ਪੜ੍ਹਦੇ ਹਾਂ। विंध्या पर्वत में देखो, विंध्या पर्वत दिखाई दे रहे तुम सेंटर च पै गई, मेनली मध्य प्रदेश ने। ठीक है, ਅਤੇ ਵਿੰਧਿਆ ਨੇ ਜਿਹੜੇ ਇਹਦੇ ਵਿੱਚੋਂ ਕਾਫੀ ਸਾਰੀਆਂ ਨਦੀਆਂ ਨਿਕਲਦੀਆਂ ਨੇ, ਜਿਵੇਂ ਚੰਬਲ, ਸਿੰਧ, ਬੇਟਵਾ, ਕੇਨ। ਇਹਨਾਂ ਨੂੰ ਯਾਦ ਰੱਖਣਾ, ਚੰਬਲ, ਸਿੰਧ, ਬੇਟਵਾ, ਕੇਨ, ਸੀਰੀਜ਼ ਯਾਦ ਰੱਖਣਾ। ਤੇ ਜੇ ਆਪਾਂ ਗੱਲ ਕਰੀਏ ਚੰਬਲ ਦੀ, ਜਾਂ ਇਹ ਸਾਰੀਆਂ ਨਦੀਆਂ ਜਿੰਨੀਆਂ ਵੀ ਆਪਾਂ ਪੜ੍ਹੀਆਂ, ਇਹ ਅੱਗੇ ਜਾ ਕੇ ਯਮੁਨਾ ਦੇ ਵਿੱਚ ਮਿਲ ਜਾਂਦੀਆਂ ਨੇ। ਆ ਜਿਹੜੀਆਂ ਨਦੀਆਂ ਨੇ ਨਾ, ਇਹ ਯਮੁਨਾ 'ਚ ਮਿਲ ਜਾਂਦੀਆਂ ਨੇ, ਯਮੁਨਾ ਗੰਗਾ 'ਚ ਮਿਲ ਜਾਂਦੀ ਹੈ ਅੱਗੇ ਜਾ ਕੇ। ਕਹਿਣ ਦਾ ਮਤਲਬ ਸਾਰੀਆਂ ਨਦੀਆਂ ਕਿੱਥੇ ਜਾਂਦੀਆਂ ਨੇ? ਗੰਗਾ 'ਚ ਜਾਂਦੀਆਂ। ਹੁਣ ਇਹਨੂੰ ਕਹਿੰਦੇ ਆ ਵਿੰਧਿਆ ਪਰਬਤ ਨੇ ਜਿਹੜੇ, ਉਹ ਇੰਡੀਆ ਦੇ ਬਿਲਕੁਲ ਸੈਂਟਰ 'ਚ ਨੇ। ਤਾਂ ਇਸ ਕਰਕੇ ਇਹਨੂੰ ਕਿਹਾ ਜਾਂਦਾ ਵੀ ਇਹ ਵਾਟਰ ਡਿਵਾਈਡ ਆਫ ਸੈਂਟਰਲ ਇੰਡੀਆ, ਮਤਲਬ ਇਹਨੂੰ ਸੈਂਟਰਲ ਇੰਡੀਆ ਮੰਨਿਆ ਜਾਂਦਾ। ਇਹ ਤੋਂ ਨੀਚੇ ਸਾਊਥ ਇੰਡੀਆ ਪੈ ਜਾਂਦਾ ਸਾਰਾ, ਇਹ ਤੋਂ ਉੱਪਰਲਾ ਸਾਰਾ ਨਾਰਥ ਇੰਡੀਆ ਪੈ ਜਾਂਦਾ। ਮਤਲਬ ਜੇ ਤੁਸੀਂ ਕਿਤੇ ਮੱਧ ਪ੍ਰਦੇਸ਼ ਜਾਓ ਜਾਂ ਮਹਾਰਾਸ਼ਟਰ ਜਾਓ, ਤੁਸੀਂ ਕਹਿ ਸਕਦੇ ਹੋ ਸਾਊਥ ਇੰਡੀਆ 'ਚ। ਟੈਕਨੀਕਲੀ ਉਹ ਡੈਕਨ ਹੈ, ਸਾਊਥ ਇੰਡੀਆ ਦਾ ਬਿਲਕੁਲ ਸਾਊਥ 'ਚ ਹੋ ਗਿਆ। ਫਿਰ ਕਰਨਾਟਕਾ, ਕੇਰਲਾ, ਤਾਮਿਲਨਾਡੂ, ਤਾਂ ਉਹ ਤਾਂ ਆਪਣੇ ਕਹਿਣ ਦਾ ਆਪਣਾ ਆਪਣਾ ਹੈਗਾ। ਮਾਲਵਾ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰਾਜਸਥਾਨ ਅਤੇ ਯੂਪੀ ਦਾ ਜਿਹੜਾ ਇਲਾਕਾ ਹੈ ਉਹਨੂੰ ਮਾਲਵਾ ਕਿਹਾ ਜਾਂਦਾ। ਉੱਥੇ ਇਦਾਂ ਦੇ ਬੇਸਿਕਲੀ ਇਹਨੂੰ ਟੈਕਨੀਕਲੀ ਜੇ ਕਹੋਗੇ ਤਾਂ ਇੱਕ ਤਰ੍ਹਾਂ ਦੇ ਇਹ ਬਾਂਗਰ ਨੇ। ਬਾਂਗਰ ਯਾਦ ਹੈ? ਪੁਰਾਣੇ ਮੈਦਾਨ, ਹਨਾ। ਸੋ ਇੱਥੇ ਕੀ ਹੁੰਦਾ ਹੈ, ਇੱਥੇ ਬੜੇ ਬੁਰੇ ਤਰੀਕੇ ਦਾ ਇਰੋਜ਼ਨ ਹੋਇਆ ਸੀਗਾ, ਹੁਣ ਵੀ ਹੁੰਦਾ ਰਹਿੰਦਾ, ਹੁਣ ਹਵਾ ਕਰਕੇ ਵੀ ਹੁੰਦਾ। ਅਤੇ ਇੱਥੇ ਬੀਹੜ, ਇਹਨੂੰ ਬੀਹੜ ਕਹਿੰਦੇ ਨੇ, ਬੀਹੜ। ਚੰਬਲ ਦੇ ਡਾਕੂਆਂ ਬਾਰੇ ਤਾਂ ਸੁਣਿਆ ਹੋਣਾ ਤੁਸੀਂ, ਕਿਉਂਕਿ ਇਹ ਜਿਹੜੇ ਬੀਹੜ ਨੇ ਨਾ, ਇਹ ਟਿੱਬੇ ਨੇ, ਬੜੇ ਬੜੇ ਟਿੱਬੇ। ਇਦਾਂ ਇਹ ਲੱਗਦੇ ਛੋਟੇ ਨੇ ਲੇਕਿਨ ਬਹੁਤ ਵੱਡੇ ਵੱਡੇ ਨੇ, ਤੇ ਇਹਨਾਂ ਦੇ ਵਿੱਚ ਲੁਕਣਾ ਛਿਪਣਾ ਬਹੁਤ ਸੌਖਾ। ਤੁਸੀਂ ਪਾਨ ਸਿੰਘ ਤੋਮਰ ਫਿਲਮ ਦੇਖੀ ਹੋਵੇ ਕਦੇ, ਉਹ 'ਚ ਇਹਨਾਂ ਬਾਰੇ ਸਾਰਾ ਦੱਸਿਆ ਗਿਆ। ਇੱਥੇ ਡਾਕੂ ਰਹਿੰਦੇ ਹੁੰਦੇ ਸੀ ਪਹਿਲਾਂ, ਹੁਣ ਵੀ ਰਹਿੰਦੇ ਨੇ। ਠੀਕ ਹੈ, ਪਿੱਛੇ ਜੇ ਇੱਕ ਇੰਟਰਵਿਊ ਦੇ ਵਿੱਚ ਕੰਗਣਾ ਰਣਾਵਤ ਦੱਸ ਰਹੀ ਸੀ, ਕਿਉਂਕਿ ਤੁਸੀਂ ਚੰਬਲ ਦੇ ਵਿੱਚ ਸ਼ੂਟਿੰਗ ਕਰਨ ਗਏ ਤੇ ਡਾਕੂਆਂ ਨੇ ਰੋਕ ਲਿਆ, ਕਹਿੰਦੇ ਸਾਡੇ ਨਾਲ ਸੈਲਫੀ ਖਿਚਾ। ਠੀਕ ਹੈ, ਕਹਿਣਾ ਮਤਲਬ ਤਾਂ ਹੁੰਦਾ। ਸੋ ਖੰਦੇਸ਼ ਕਹਿੰਦੇ ਨੇ ਇਸ ਇਲਾਕੇ ਨੂੰ, ਜਾਂ ਬੀਹੜ ਕਹਿੰਦੇ ਨੇ, ਬੀਹੜ। ਇੰਗਲਿਸ਼ ਕਹਿੰਦੇ ਨੇ ਬੈਡ ਲੈਂਡ, ਬੈਡ ਲੈਂਡ। ਲੈਂਡ ਕਿਹੜੀ ਹੈ ਜੀ? ਬੈਡ। ਹੋਰ ਇੱਧਰਲੇ ਪਾਸੇ ਆ ਜਾਓ, ਬਘੇਲਖੰਡ ਪੈਂਦਾ। ਬਘੇਲਖੰਡ ਇਹ ਝਾਰਖੰਡ 'ਚ ਪੈਂਦਾ। ਤੁਹਾਨੂੰ ਸਿਰਫ ਇੰਨਾ ਪਤਾ ਹੋਣਾ ਚਾਹੀਦਾ ਵੀ ਆਹ ਇਲਾਕਾ ਕਿੱਥੇ ਹੈ, ਉਹ ਤੋਂ ਬਾਅਦ ਉਹਦੇ ਬਾਰੇ ਬਾਅਦ 'ਚ ਪੜ੍ਹਿਆ ਜਾਊਗਾ। ਬਘੇਲਖੰਡ ਕਿੱਥੇ? ਝਾਰਖੰਡ 'ਚ। ਝਾਰਖੰਡ ਦੀ ਕੈਪੀਟਲ ਕੀ ਹੈ? ਅੱਛਾ, ਗੰਜਾਤ। ਇਹ ਹੈਗਾ ਉੜੀਸਾ 'ਚ। ਉੜੀਸਾ ਦੀ ਕੈਪੀਟਲ ਕੀ ਹੈ? ਭੁਵਨੇਸ਼ਵਰ। ਰਾਜ ਮਹਿਲ, ਰਾਜ ਮਹਿਲ ਤੁਹਾਨੂੰ ਮਿਲੇਗਾ ਛੱਤੀਸਗੜ੍ਹ ਦੇ ਵਿੱਚ। ਫਿਰ ਆ ਗਿਆ ਮਹਾਨਦੀ। ਹੁਣ ਮਹਾਨਦੀ ਜਿਹੜੀ ਹੈ, ਜੇ ਆਪਾਂ ਨਦੀ ਦੀ ਗੱਲ ਕਰੀਏ, ਇਹ ਛੱਤੀਸਗੜ੍ਹ ਚੋਂ ਨਿਕਲਦੀ ਹੈ। ਛੱਤੀਸਗੜ੍ਹ ਚੋਂ ਫਿਰ ਅੱਗੇ ਜਾ ਕੇ ਚਲੀ ਜਾਂਦੀ ਹੈ ਤੁਹਾਡੇ ਉੜੀਸਾ 'ਚ। ਠੀਕ ਹੈ, ਦੰਡਕਾਰਨਿਆ, ਦੰਡਕਾਰਨਿਆ ਵੀ ਛੱਤੀਸਗੜ੍ਹ 'ਚ ਹੀ ਨੇ। ਰਾਮ ਜੀ ਨੇ 14 ਸਾਲ ਦਾ ਬਨਵਾਸ ਕੱਟਿਆ ਸੀ ਨਾ, ਇੱਥੇ ਕੱਟਿਆ ਸੀ ਦੰਡਕਾਰਨਿਆ ਦੇ ਜੰਗਲਾਂ 'ਚ। ਕਦੇ ਰਾਮਾਇਣ ਦੇਖੀ ਹੋਵੇ ਤਾਂ ਉਹ 'ਚ ਦੱਸ ਬੋਲਦੇ ਹੋ। ਛੋਟਾ ਨਾਗਪੁਰ, ਇਹ ਬਹੁਤ ਇੰਪੋਰਟੈਂਟ ਜਗ੍ਹਾ ਹੈ, ਤੁਸੀਂ ਦੇਖ ਵੀ ਰਹੇ ਹੋ 6 ਨੰਬਰ ਤੇ। ਛੋਟਾ ਨਾਗਪੁਰ ਝਾਰਖੰਡ ਅਤੇ ਛੱਤੀਸਗੜ੍ਹ ਦੇ ਏਰੀਆ ਨੂੰ ਕਹਿੰਦੇ ਨੇ। ਇੰਡੀਆ ਦੇ ਸਭ ਤੋਂ ਜ਼ਿਆਦਾ ਜਿਹੜੇ ਮਿਨਰਲਸ ਨੇ, ਖਣਿਜ ਪਦਾਰਥ ਨੇ, ਉਹ ਛੋਟਾ ਨਾਗਪੁਰ 'ਚ ਹੀ ਮਿਲਦੇ ਨੇ।
ਅਤੇ ਇੱਕ ਹੋਰ ਖਾਸੀਅਤ ਹੈ ਇਸ ਜਗ੍ਹਾ ਦੀ ਵੀ ਇੱਥੇ ਲੋਹਾ ਅਤੇ ਕੋਲਾ ਦੋਵੇਂ ਚੀਜ਼ਾਂ ਇਕੱਠੀਆਂ ਮਿਲਦੀਆਂ। ਇਹ ਬਹੁਤ ਇੱਕ ਯੂਨੀਕ ਕੰਬੀਨੇਸ਼ਨ ਹੈ, ਕਿਉਂਕਿ ਲੋਹਾ ਜਦੋਂ ਆਪਾਂ ਕੱਢਦੇ ਹਾਂ ਕੱਚੀ ਧਾਤ ਦੇ ਰੂਪ 'ਚ ਹੁੰਦਾ ਉਹ, ਫਿਰ ਉਹਨੂੰ ਪਕਾਉਣ ਵਾਸਤੇ, ਉਹਨੂੰ ਪਿਓਰ ਕਰਨ ਵਾਸਤੇ ਕੋਲੇ ਦੀ ਲੋੜ ਪੈਂਦੀ ਹੈ, ਤਾਂ ਉਹ ਇੱਥੇ ਹੈਗਾ। ਤਾਂ ਇਸ ਕਰਕੇ ਇੱਥੇ ਲੋਹਾ ਕੱਢ ਕੇ ਉਹਨੂੰ ਪਿਓਰੀਫਾਈ ਕਰਕੇ ਫਾਈਨਲ ਰੂਪ ਸਟੀਲ ਬਣਾਉਣਾ ਬਹੁਤ ਸੌਖਾ ਹੈ। ਅਜਿਹਾ ਬਾਕੀ ਦੇਸ਼ਾਂ 'ਚ ਬਹੁਤ ਘੱਟ ਦੇਖਣ ਨੂੰ ਮਿਲਦਾ। ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਸਭ ਤੋਂ ਵਧੀਆ ਕੁਆਲਿਟੀ ਕਿਹੜੀ ਹੁੰਦੀ ਹੈ ਕੋਲੇ ਦੀ, ਐਂਥਰਾਸਾਈਟ। ਉਹ ਕਿੱਥੇ ਮਿਲਦੀ ਹੈ? ਹਿਮਾਲਿਆ 'ਚ ਮਿਲਦੀ ਹੈ, ਜੰਮੂ ਕਸ਼ਮੀਰ 'ਚ। ਇੱਕ ਜਗ੍ਹਾ ਦਾ ਨਾਮ ਹੈਗਾ ਕਲਾਕੋਟ, ਜੰਮੂ ਕਸ਼ਮੀਰ 'ਚ ਇੱਕ ਜਗ੍ਹਾ ਹੈਗੀ ਕਲਾਕੋਟ, ਉੱਥੇ ਮਿਲਦੀ ਹੈ, ਲੇਕਿਨ ਉੱਥੋਂ ਦੀ ਕੱਢਣਾ ਬਹੁਤ ਮੁਸ਼ਕਿਲ ਹੈ। ਜਿਹੜਾ ਪਿਓਰੈਸਟ ਕੋਕ ਹੁੰਦਾ, ਕੋਲੇ ਦੀ ਇੱਕ ਵੈਰਾਈਟੀ ਹੁੰਦੀ ਹੈ ਕੋਕ, ਉਹਨੂੰ ਥੋੜਾ ਬਾਲ ਕੇ ਨਾ ਕੋਕ ਬਣਾਇਆ ਜਾਂਦਾ, ਉਹ ਸਾਡਾ ਆਸਟ੍ਰੇਲੀਆ ਤੋਂ ਆਉਂਦਾ। ਮਤਲਬ ਬਹੁਤ ਹੀ ਵਧੀਆ ਕੁਆਲਿਟੀ ਦਾ ਕੋਲਾ ਸਾਡੇ ਇੱਥੇ ਅਵੇਲੇਬਲ ਨਹੀਂ ਹੈਗਾ। ਸਾਡੇ ਇੱਥੇ ਤਾਂ ਨਾਰਮਲ ਥਰਮਲ ਪਾਵਰ ਪਲਾਂਟਾਂ ਵਾਸਤੇ ਜਾਂ ਤੰਦਾਰ ਬਾਲਣ ਵਾਸਤੇ ਠੀਕ ਹੈ, ਠੀਕ ਹੈ ਨਾ। ਚਲੋ ਛੋਟਾ ਨਾਗਪੁਰ ਮੈਂ ਤੁਹਾਨੂੰ ਦੱਸਿਆ, ਉੱਪਰਲੇ ਪਾਸੇ ਇਹਦੇ ਝਾਰਖੰਡ ਪੈਂਦਾ ਹੈ। ਹਜ਼ੀਰਾ ਬਾਗ ਜਿਹੜਾ ਹੈਗਾ ਉਹ ਝਾਰਖੰਡ ਦੇ ਉੱਪਰਲੇ ਪਾਸੇ, ਨਾਰਥ ਵਾਲੇ ਪਾਸੇ, ਅਤੇ ਸਾਊਥ 'ਚ ਰਾਂਚੀ। ਰਾਂਚੀ ਕਿੱਥੋਂ ਦੀ ਰਾਜਧਾਨੀ ਹੈ? ਠੀਕ ਹੈ। ਤੇ ਅੱਗੇ ਚੱਲਦੇ ਆ, ਫਿਰ ਆਗੇ ਤੁਹਾਡਾ ਦਮੋਦਰ ਤੇ ਮਹਾਨਦੀ ਤੁਹਾਨੂੰ ਮਿਲਣਗੀਆਂ ਇੱਥੇ। ਯੂਨੀਕ ਕੰਬੀਨੇਸ਼ਨ ਆਫ ਕੋਲ ਐਂਡ ਆਇਰਨ। ਇਹ ਮੈਂ ਤੁਹਾਨੂੰ ਦੱਸ ਦੂੰ, ਰਾਜ ਮਹਿਲ ਹਿਲਸ ਹੈਗੀਆਂ ਨੇ, ਛੋਟਾ ਨਾਗਪੁਰ ਦੇ ਨਾਲ ਹੀ ਲੱਗਦੀਆਂ ਨੇ। ਗਰਜਾਤ ਹਿਲਸ ਮੈਂ ਤੁਹਾਨੂੰ ਦੱਸਿਆ ਉੜੀਸਾ 'ਚ ਨੇ। ਇੱਕ ਦੋ ਵਾਰੀ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਪੜ੍ਹਨਾ ਪਏਗਾ। ਹੁਣ ਇਸ ਜਗ੍ਹਾ ਦੀ ਖਾਸੀਅਤ ਕੀ ਹੈ ਛੋਟਾ ਨਾਗਪੁਰ ਦੀ? ਵੀ ਇੱਥੇ ਰੇਡੀਅਲ ਡਰੇਨੇਜ ਮਿਲਦਾ। ਰੇਡੀਅਲ ਟਾਇਰਸ ਸੁਣੇ? ਰੇਡੀਅਲ ਦਾ ਮਤਲਬ ਹੁੰਦਾ ਗੋਲ ਸਾਰੇ ਪਾਸੇ, ਮਤਲਬ ਜਿਵੇਂ ਪਹਾੜ ਦਾ ਸੈਂਟਰ ਹੈ, ਉੱਪਰਲੇ ਪਾਸੋਂ ਪਾਣੀ ਪਾਉਂਗੇ ਤਾਂ ਸਾਰੇ ਪਾਸੇ ਫੈਲ ਜੂਗਾ ਨਾ, ਉਹ ਸਿਸਟਮ। ਇੱਥੋਂ ਜਿਹੜੀਆਂ ਨਦੀਆਂ ਨਿਕਲਦੀਆਂ ਉਹ ਸਾਰੇ ਪਾਸੇ ਐ ਫੈਲ ਜਾਂਦੀਆਂ। ਤਾਂ ਇੱਕ ਕੋਇਲ ਨਦੀ ਹੈਗੀ ਹੈ, ਦਮੋਦਰ ਹੈਗੀ ਹੈ, ਬਰਕਾਰ ਹੈਗੀ ਹੈ, ਸੁਬਰਨ ਰੇਖਾ ਹੈਗੀ ਹੈ, ਫਿਰ ਬ੍ਰਾਹਮਣੀ ਰਿਵਰ ਹੈਗੀ ਹੈ। ਸੋ ਇਹ ਸਾਰੀਆਂ ਰਿਵਰਸ ਇੱਥੋਂ ਨਿਕਲਦੀਆਂ ਨੇ ਅਤੇ ਤਾਂ ਫੈਲ ਜਾਂਦੀਆਂ ਨੇ ਚਾਰੇ ਪਾਸੇ। ਮੇਘਾਲਿਆ ਦਾ ਨਾਮ ਸੁਣਿਆ? ਮੇਘਾਲਿਆ ਦੀ ਰਾਜਧਾਨੀ ਕੀ ਹੈ? ਸ਼ਿਲੌਂਗ। ਹੁਣ ਮੇਘਾਲਿਆ ਇੰਡੀਆ ਤੋਂ ਥੋੜਾ ਜਿਹਾ ਹਟ ਕੇ ਹੈ, ਕਿਉਂਕਿ ਰਸਤੇ 'ਚ ਕੀ ਆ ਜਾਂਦਾ ਹੈ, ਬੰਗਾਲ ਤੇ ਬੰਗਲਾਦੇਸ਼ ਵਾਲਾ ਇਲਾਕਾ ਆ ਜਾਂਦਾ, ਠੀਕ ਹੈ। ਇੱਥੇ ਕਾਫੀ ਸਾਰੇ ਪਹਾੜ ਨੇ, ਜਿੱਦਾਂ ਗਾਰੋ ਖਾਸੀ ਜੈਂਤੀਆਂ ਦੀਆਂ ਰੇਂਜਸ ਨੇ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਸਭ ਤੋਂ ਜ਼ਿਆਦਾ ਮੀਂਹ ਕਿਹੜੇ 'ਚ ਪੈਂਦਾ? ਕਿਹੜੀ ਇਹਨਾਂ 'ਚ ਕਿਹੜੀ ਹਿਲਸ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈਂਦਾ? ਜਾਂ ਖਾਂਸੀ ਨਹੀਂ, ਖਾਸੀ। ਉਹ ਯਾਦ ਰੱਖਣ ਵਾਸਤੇ ਠੀਕ ਹੈ ਵੀ ਖਾਂਸੀ ਹੋ ਜਾਂਦੀ ਮੀਂਹ ਨਾਲ, ਹੈਨਾ। ਕਪਿਲੀ ਰਿਵਰ ਹੈਗੀ। ਸੋ ਇਹ ਚੀਜ਼ਾਂ ਆਪਾਂ ਅੱਗੇ ਰਿਵਰ ਮੈਂ ਵੱਖਰੇ ਤੌਰ ਤੇ ਪੜਾਉਂਗਾ, ਨਹੀਂ ਤਾਂ ਫਿਰ ਤੁਸੀਂ ਕਨਫਿਊਜ਼ ਹੋ ਜਾਓਗੇ। ਤੁਸੀਂ ਇਹ ਗੱਲ ਜ਼ਰੂਰ ਯਾਦ ਰੱਖਿਓ ਕਿ ਇੰਡੀਆ ਦਾ ਜਿਹੜਾ ਪੈਨੀਸੂਲਾ ਹੈ ਇਦਾਂ ਟ੍ਰਾਇੰਗੂਲਰ ਸ਼ੇਪ 'ਚ, ਅਤੇ ਮੇਘਾਲਿਆ ਥੋੜਾ ਪਰਾਂ ਨੂੰ ਪੈ ਗਿਆ ਨਾ, ਤਾਂ ਰਸਤੇ 'ਚ ਜਿਹੜਾ ਗੈਪ ਹੈ ਉਹਨੂੰ ਮਾਲਦਾ ਗੈਪ ਕਹਿੰਦੇ। ਹਾਂ, ਬਸ ਇਹ ਯਾਦ ਰੱਖਿਓ। ਇਹ ਕੁਐਸਚਨ ਆ ਜਾਂਦਾ ਵੀ ਇੰਡੀਆ ਅਤੇ ਮਤਲਬ ਪੈਨੀਸੂਲਰ ਇੰਡੀਆ ਅਤੇ ਮੇਘਾਲਿਆ ਨੂੰ ਵੱਖ ਕਰਨ ਵਾਲਾ ਗੈਪ ਕਿਹੜਾ? ਮਾਲਦਾ ਗੈਪ। ਹੁਣ ਇਹ ਜਿਹੜੀਆਂ ਗਾਰੋ ਖਾਸੀ ਜੈਂਤੀਆਂ ਦੀਆਂ ਪਹਾੜੀਆਂ ਨੇ, ਇਹ ਕੋਈ ਬਹੁਤੀਆਂ ਉੱਚੀਆਂ ਨਹੀਂ ਹੈਗੀਆਂ, ਪਰ ਇਹਨਾਂ ਦੀ ਸ਼ੇਪ ਇਦਾਂ ਦੀ ਹੈ ਵੀ ਇੱਥੇ ਜਾ ਕੇ ਬਦਲ ਫਸ ਜਾਂਦੇ ਨੇ। ਇੱਕ ਇਫੈਕਟ ਕਹਿੰਦੇ ਨੇ, ਉਹਨੂੰ ਕਹਿੰਦੇ ਨੇ ਫਨਲਿੰਗ ਇਫੈਕਟ। ਫਨਲ ਨਹੀਂ ਹੁੰਦੀ, ਫਨਲ ਜਿਹੜਾ ਆਪਾਂ ਕੁੱਪੀ ਕਹਿੰਦੇ ਨੇ ਤੇਲ ਪਾਉਣ ਵਾਸਤੇ, ਉਹ ਜਦੋਂ ਸਾਰਾ ਇੱਕ ਜਗ੍ਹਾ ਤੇ ਜਾ ਕੇ ਇਕੱਠਾ ਹੋ ਜਾਂਦਾ ਤਾਂ ਹੀ ਆਪਾਂ ਪਾਉਂਦੇ ਹਾਂ, ਤਾਂ ਕਿ ਖਿੰਡੇ ਨਾ ਇੱਧਰ ਉੱਧਰ। ਤੁਸੀਂ ਮੰਨ ਲਓ ਡੀਜ਼ਲ ਜਾਂ ਪੈਟਰੋਲ ਪਾਣਾ ਕਿਸੇ ਬੋਤਲ 'ਚ, ਤੁਸੀਂ ਉਹਦਾ ਪ੍ਰਯੋਗ ਕਰੋਗੇ ਨਾ ਕੁੱਪੀ ਦਾ, ਕੁੱਪੀ ਕਹਿੰਦੇ ਉਹਨੂੰ, ਫਨਲ ਕਹਿੰਦੇ ਆ ਨਾ, ਤਾਂ ਕਿ ਇੱਕ ਜਗ੍ਹਾ ਤੇ ਇਕੱਠਾ ਹੋ ਜਾ ਕੇ, ਉੱਥੇ ਬੱਦਲ ਸਾਰੇ ਕਿਹੜੇ ਇਕੱਠੇ ਹੋ ਜਾਂਦੇ। ਪਰ ਜੋ ਮੀਂਹ ਉਹ ਪਾਉਂਦੇ ਆ ਉੱਥੇ ਕਈ ਦਿਨ ਕੀ ਮਤਲਬ ਕਈ ਦਿਨ ਮੀਂਹ ਲਗਾਤਾਰ ਪੈਂਦਾ ਰਹਿੰਦਾ, ਤੁਸੀਂ ਘਰੋਂ ਬਾਹਰ ਵੀ ਨਿਕਲ ਸਕਦੇ, ਲੋਕ ਆਦੀ ਹੋ ਜਾਂਦੇ ਉੱਥੇ। ਹੁਣ ਆ ਗਿਆ ਨੀਚੇ ਡੈਕਨ ਏਰੀਆ। ਮੈਂ ਤੁਹਾਨੂੰ ਅੱਛਾ ਇਹ ਤਾਂ ਤੁਹਾਨੂੰ ਯਾਦ ਹੋਊਗਾ ਵੀ ਇੰਡੀਆ ਜਦੋਂ ਨੀਚੋਂ ਦੀ ਉੱਪਰ ਆ ਰਿਹਾ ਹਾਸੇ ਦੇ ਰਸਤੇ 'ਚ ਕੀ ਆਇਆ ਸੀਗਾ? ਕਿਹੜਾ ਬੋਲ ਕਹਿੰਦਾ ਸੀਗਾ? ਹੌਟਸਪੌਟ ਬੋਲ। ਹੋਰ ਵੀ ਕੋਈ ਨਾਮ ਸੀ ਉਹਦਾ? ਹੌਟਸਪੌਟ ਵੋਲਕੈਨੋ ਵਿੱਚੋਂ ਦੀ ਆਇਆ ਅਤੇ ਉੱਪਰ ਆ ਕੇ ਫੈਲ ਗਿਆ। ਆਈਲੈਂਡ ਦਾ ਨਾਮ ਕੀ ਸੀ? ਰੀਯੂਨੀਅਨ ਆਈਲੈਂਡ। ਉਹੀ ਮੈਂ ਅੱਛਾ, ਉਹ ਜਦੋਂ ਆ ਕੇ ਉੱਪਰ ਫੈਲ ਗਿਆ ਸੀ ਤੇ ਉਹ ਮੈਗਮਾ ਲਾਵਾ ਵਗੈਰਾ ਇਕੱਠਾ ਹੋ ਗਿਆ ਸੀ, ਤੇ ਉਹਦੇ ਨਾਲ ਕੀ ਉੱਥੇ ਮਤਲਬ ਬਸਾਲਟਿਕ ਲਾਵਾ ਫਲੋ। ਬਸਾਲਟ ਇੱਕ ਤਰ੍ਹਾਂ ਦਾ ਪੱਥਰ ਹੁੰਦਾ ਜਿਹੜਾ ਲਾਵਾ ਦੇ ਠੰਡੇ ਹੋਣ ਨਾਲ ਬਣਦਾ।
यानी तुसी जे इस इलाके जाओगे ना, महाराष्ट्र का कुछ इलाका पिछों दी कर्नाटका भी हैगा, इधरले पासों आंध्रा भी हैगा, थोड़ा तमिलनाडु भी हैगा। इस इलाके दे विच ग्रेनाइट पाया जाता है, होर हार्ड रॉक्स पाए जाते हैं, तो इत्थे खेती करना मुश्किल लगता है। ठीक है, सो इत्थे ना जदों नीचों दी वो मैगमा आया होना या लावा आया होना, ऊपर आके इदां फैल गया अते पौड़ीनुमा, क्योंकि इक्को दम ऊपर आया होना फिर फैल गया होना, पौड़ियां जी बन गई होनी है ना, तो इस करके इहनूं ट्रैप कहते, डेक्कन ट्रैप। इस इलाके में कहते हैं डेक्कन ट्रैप। चलो ऊपरले पासे सतपुड़ा के पहाड़ ने, विंध्या तो नीचे सतपुड़ा सी, सतपुड़ा दे विच आह पहाड़ पैंदे ने, मैकाल, अमरकंटक। अमरकंटक बहुत मशहूर जगह मध्य प्रदेश, इत्थे भी रेडियल नदियां निकलदियां ने, इहदे बारे मैं तुहानूं बाद च। महाराष्ट्र आ गया फिर, तो सतपुड़ा दे विच 4 अलग अलग रेंजिस ने। एक तो हैगा राजपिपला, गवीरगढ़, महादेव और मेकाल, ਉਹਦੇ ਨਾਲ ਉਹਦੀ ਸਟੇਟਸ ਲਿਖੀਆਂ ਹੋਈਆਂ ਨੇ। ਜੇ ਕੋਈ ਪੁੱਛੇ ਵੀ ਸਤਪੁੜਾ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ, ਧੂਪਗੜ੍ਹ। ਅਮਰਕੰਟਕ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਸੀਗਾ। ਅਮਰਕੰਟਕ ਦੇ ਵਿੱਚੋਂ 2 ਬਹੁਤ ਮਹੱਤਵਪੂਰਨ ਨਦੀਆਂ ਨਿਕਲਦੀਆਂ ਨੇ, ਇੱਕ ਨਰਮਦਾ ਤੇ ਇੱਕ ਸੋਨ। नर्मदा का नाम सुने, तापी का नाम सुने, इन्होंने नदियां पर अगे जाके पढ़ते हैं। तो बस इन्हें याद रखना भी सेंटर जे जो निकलदियां ने नदियां अते परले पासे आके गिरदियां ने गुजरात दे विच। तापी भी आ गई, पेंच भी आ गई, वैनगंगा भी आ गई। सो ये नदियां ने काफी सारी। हुणे क्वेश्चन आ गया कि इहदे विचों किहड़ी नदी अमरकंटक दे विचों निकलदी, हुणे दस्सो। एक सोन भी हैगी सी ना, सोन एक इकलौती इदां दी नदी है। छोटी मोटी नदियां होर भी बहुत होणगियां, जिहड़ी जदों इंडिया दे मैप च तुसीं देखोगे साउथ तो नॉर्थ वाल नूं जांदी होई दिखाई दिंदी है। ठीक है ना, चलो अमरकंटक चों नर्मदा निकलदी है, बिल्कुल सही जवाब। हुण जे तुसीं महाराष्ट्र चले गए ना, तो ਤੁਹਾਨੂੰ ਉੱਥੇ शील्ड क्रिस्टलाइन रॉक मिलेगी। क्यों? लावे करके, लावा ਜਦੋਂ ਜੰਮਦਾ ਹੋਊਗਾ ਤਾਂ ਹਾਰਡ ਹੋ ਜਾਂਦਾ ਹੋਊਗਾ, क्रिस्टलाइन बन ਜਾਂਦਾ ਹੋਊਗਾ, लावा फ्लो होगा। ਇਹ ਤੋਂ ਇਲਾਵਾ ਇੱਥੇ ਹੋਰ ਕਿਹੜੀ ਕਿਹੜੀ ਜਗ੍ਹਾ ਪਾਈ ਜਾਂਦੀ ਹੈ? ਕਰਨਾਟਕਾ ਹੋ ਗਿਆ, ਤੇਲੰਗਾਨਾ ਹੋ ਗਿਆ। ਕਰਨਾਟਕਾ ਅਤੇ ਤੇਲੰਗਾਨਾ 'ਚ ਵੀ ਇਹ ਚੀਜ਼ ਦੇਖਣ ਨੂੰ ਮਿਲਦੀ ਹੈ। ਕਹਿਣ ਦਾ ਮਤਲਬ ਹੈ ਕਿ ਇਕੱਲਾ ਮਹਾਰਾਸ਼ਟਰ ਦਾ ਮਤਲਬ ਇਕੱਲਾ ਮਹਾਰਾਸ਼ਟਰ ਸਟੇਟ ਨਹੀਂ ਹੈ। ਤੁਸੀਂ ਕੁਝ रेंजेस देख पा रहे हो, पहाड़ियां देख पा रहे हो, अजंता, सतमाला, बालाघाट, हरीशचंद्र। ठीक है, सो ये सब रेंजेस ने, छोटे छोटे रेंजेस ने महाराष्ट्र ਦੇ ਵਿੱਚ ਮਿਲਦੇ ਨੇ। अजंता ਤੇ ਲੋਰਾ ਦੀਆਂ ਗੁਫਾਵਾਂ ਬਾਰੇ ਸੁਣਿਆ ਹੋਣਾ ਤੁਸੀਂ। ਹੁਣ ਆਪਾਂ ਆ ਗਏ ਜੀ ਸਾਊਥ ਵੱਲ ਆ ਗਏ। ਸਾਊਥ 'ਚ ਸਾਨੂੰ ਕਰਨਾਟਕਾ ਮਿਲੂਗਾ ਅਤੇ ਨੀਚੇ ਫਿਰ ਤੇਲੰਗਾਨਾ ਮਿਲੂਗਾ। ਤੇਲੰਗਾਨਾ ਤਾਂ ਹੁਣੇ ਆਂਧਰਾ ਪ੍ਰਦੇਸ਼ ਤੋਂ ਅੱਡ ਹੋਇਆ ਹੈ। ਕਰਨਾਟਕਾ ਦੇ ਵਿੱਚ ਜਿਹੜੇ ਪੱਥਰ ਪਾਏ ਜਾਂਦੇ ਨੇ ਉਹਨਾਂ ਨੂੰ ਧਰਵਾੜ ਕਹਿੰਦੇ ਨੇ। ਧਰਵਾੜ ਇੰਡੀਆ ਦੇ ਸਭ ਤੋਂ ਪੁਰਾਣੇ ਪੱਥਰ ਇਹੀ ਨੇ। ਇੰਡੀਆ ਦੇ ਸਭ ਤੋਂ ਪੁਰਾਣੇ ਪਹਾੜ ਕਿਹੜੇ ਨੇ? ਅਰਾਵਲੀ। ਸਭ ਤੋਂ ਯੰਗ ਪਹਾੜ ਕਿਹੜੇ ਨੇ? ਸਭ ਤੋਂ ਯੰਗ ਚੀਜ਼ ਕਿਹੜੀ ਹੈ ਇੰਡੀਆ ਦੀ? ਮੈਦਾਨ। ਉਹ ਵੀ ਤਾਂ ਯੰਗ ਨੇ, ਪਹਾੜਾਂ ਤੋਂ ਬਾਅਦ ਹੀ ਬਣੇ ਨੇ। ਅਤੇ ਸਭ ਤੋਂ ਪੁਰਾਣਾ ਪੱਥਰ ਜੇ ਕੋਈ ਪੁੱਛੇ ਤਾਂ ਧਰਵਾੜ ਕਰਨਾਟਕਾ ਚ। ਫਿਰ ਤੇਲੰਗਾਨਾ ਆ ਗਿਆ, ਕੋਈ ਗੱਲ ਨਹੀਂ ਨਾ, ਬਾਰੇ ਪੱਥਰ ਥੋੜਾ ਪੜ੍ਹਦੇ ਆ। ਹੁਣ ਤੁਸੀਂ ਆ ਜਾਓ ਕਰਨਾਟਕਾ ਚ, ਆ ਜਾਓ ਮੇਰੇ ਨਾਲ। ਕਰਨਾਟਕਾ ਚਲੋ। ਕਰਨਾਟਕਾ ਦੇ ਵਿੱਚ ਪਹਾੜ ਪਾਏ ਜਾਂਦੇ ਨੇ। ਪਹਾੜਾਂ ਦਾ ਨਾਮ ਹੈਗਾ ਬਾਬਾ ਬੁਡਾਨ ਹਿਲਸ ਜਾਂ ਬਾਬਾ ਬੁਡਨ ਹਿਲਸ ਨੇ ਜਿਹੜੇ ਪਹਾੜਾਂ ਦਾ ਨਾਮ ਹੈ। ਉੱਥੇ ਦੋ ਤਰ੍ਹਾਂ ਦੇ ਇਲਾਕੇ, ਇੱਕ ਹੁੰਦਾ ਮਲਨਾਦ, ਇੱਕ ਹੁੰਦਾ ਮੈਦਾਨ। ਮਲਨਾਦ ਦਾ ਮਤਲਬ ਜੰਗਲੀ ਇਲਾਕਾ ਅਤੇ ਮੈਦਾਨ ਦਾ ਮਤਲਬ ਐਰਿਡ ਯਾਨੀ ਸੁੱਕਾ ਇਲਾਕਾ, ਜਿੱਥੇ ਬਾਹਲਾ ਜ਼ਿਆਦਾ ਮੀਂਹ ਨਹੀਂ ਪੈਂਦਾ। ਹੁਣ ਇਹਦੇ ਪਿੱਛੇ ਕਹਾਣੀ ਇਹ ਹੈ ਵੀ ਕਰਨਾਟਕਾ, ਸਾਰਾ ਕਰਨਾਟਕਾ ਤੁਸੀਂ ਦੇਖ ਰਹੇ ਹੋ, ਉਰਲੇ ਪਾਸੇ ਤਾਂ ਬਹੁਤ ਮੀਂਹ ਪੈਂਦਾ ਬਈ, ਇਧਰਲੇ ਪਾਸੇ ਸਾਰਾ ਸੁੱਕਾ ਹੈ, ਮੀਂਹ ਨਹੀਂ ਪੈਂਦਾ। ਇਹਦਾ ਕੀ ਕਾਰਨ ਹੈ? ਕਿਉਂਕਿ ਜਿਹੜੇ ਪਹਾੜ ਨੇ ਨਾ ਇੱਥੇ, ਉਹ ਇਦਾਂ ਖੜੇ ਨੇ, ਮੰਨ ਲਓ ਚਟਾਨ ਦੇ ਰੂਪ 'ਚ।
जो ਬੱਦਲ ਆਉਂਦੇ ਨੇ ਉਹਨੇ ਟਕਰਾ ਕੇ ਨਾ ਨਾਲ ਉਹ ਵੀ ਮੀਂਹ ਪਾ ਦਿੰਦੇ ਫਿਰ ਖਾਲੀ ਹੋ ਕੇ ਫਿਰ ਉਹੀ ਕੰਮ ਹੁੰਦਾ ਜਿਹੜਾ ਤਿੱਬਤ 'ਚ ਹੁੰਦਾ। ਠੀਕ ਹੈ ਨਾ। ਤਾਂ ਜਿਹੜਾ ਪਰਲਾ ਇਲਾਕਾ ਹੈ ਜਿੱਥੇ ਮੀਂਹ ਨਹੀਂ ਪੈਂਦਾ ਉਹਨੂੰ ਕਹਿੰਦੇ ਨੇ ਰੇਨ ਸ਼ੈਡੋ ਰੀਜਨ। ਰੇਨ ਜਿੱਥੇ ਨਹੀਂ ਪੈ ਰਹੀ ਰੇਨ ਸ਼ੈਡੋ ਹੋ ਗਿਆ। ਤੇ ਸੁਣੋ ਅਤੇ ਹਾਈਐਸਟ ਪੀਕ ਕਿਹੜੀ ਹੈ ਬਾਬਾ ਬੁਦਾਨ ਦੀ? ਬੋਲਨਗਿਰੀ। ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਾਫੀ ਇੱਥੇ ਹੀ ਪੈਦਾ ਹੁੰਦੀ ਹੈ ਅਤੇ ਸਭ ਤੋਂ ਪਹਿਲਾਂ ਵੀ ਇੱਥੇ ਹੀ ਪੈਦਾ ਹੋਈ ਸੀ ਕਾਫੀ। ਠੀਕ ਹੈ। ਇੰਡੀਆ ਦੇ ਵਿੱਚ ਕਈ ਤਰ੍ਹਾਂ ਦੀ ਕਾਫੀ ਪਾਈ ਜਾਂਦੀ ਹੈ। ਇੱਕ ਤਾਂ ਹੈਗੀ ਅਰੇਬਿਕਾ, ਅਰੇਬਿਕਾ, ਇੱਕ ਹੈਗੀ ਰੋਬਸਟਾ, ਇੱਕ ਹੈਗੀ ਲਾइबेरिया। ठीक है ना। तो अरेबिका कॉफी सब तो ज्यादा मशहूर है इंडिया जी पीने ना कॉफी। अपने लोग तो आर्टिफिशियल जी कॉफी पीते हैं, असली कॉफी फिल्टर्ड कॉफी तो साउथ इंडिया चलती है। उत्थे ना एक कप आता स्पैशल स्टील का, उन्हें कहते हैं मोका, मोका कप। वो पहला गर्म पानी पाते हैं, फिर कॉफी पाते हैं, फिर उन्हें बंद करते हैं, फिर नीचों की उन्होंने अग लेंगे है तो भाफ के रूप में कॉफी साइड से निकल के आते, फिल्टर्ड कॉफी कहते हैं। मैं एक दो बार गया साउथ इंडिया तो ये छोटी छोटी गिलासियां मिलती कॉफी उत्थे, स्टील की गिलास एडी बस वो पीओ। और मिल्क बहुत घट होंदा ते शुगर बहुत घट होंदी। अपने वाले तो पहला जिन्नी कॉफी नहीं उन्ना मिल्क पवा देने, ठीक है, क्योंकि सानू ज़्यादा प्यार है थोड़ा मिल्क नाल। एनीवेज हुण धरवाड़ मैं तुहानूं दस्सिया सीगा भी सब तो पुराना पत्थर है ये, कर्नाटका च पाया जाता मेनली। ये हो गया। फिर इत्थे तुहानूं मैटैलिक मिनरल्स मिलणगे। ਜਿਹੜਾ ज्वालामुखी फटदा ना जो ਉਹਦੇ ਵਿੱਚ ਜਿਹੜਾ ਲਾਵਾ ਨਿਕਲਦਾ ਉਹਦੀ ਖਾਸੀਅਤ ਹੁੰਦੀ ਹੈ ਵੀ ਉਹਦੇ ਵਿੱਚ ਮਿਨਰਲਸ ਪਾਏ ਜਾਂਦੇ ਨੇ। ਮਿਨਰਲਸ ਦਾ ਮਤਲਬ ਇੰਡੀਆ 'ਚ ਸਭ ਤੋਂ ਜ਼ਿਆਦਾ 골ਡ ਇੱਥੇ ਨਿਕਲਦਾ, ਸਭ ਤੋਂ ਜ਼ਿਆਦਾ ਸੋਨਾ ਕਿੱਥੇ ਨਿਕਲਦਾ ਹੈ? ਕਰਨਾਟਕਾ 'ਚ। ਪਤਾ ਤੁਹਾਨੂੰ ਇਸ ਗੱਲ ਦਾ? ਕੋਲਾਰ ਅਤੇ ਹੱਤੀ ਦੋ ਜਗ੍ਹਾਵਾਂ ਨੇ, ਕੋਲਾਰ ਮੇਨ ਹੈ। ਕੋਈ ਗੱਲ ਨਹੀਂ। ਤੁਸੀਂ ਦੇਖੋ ਸ਼ਿਮੋਗ, ਤੁਮਕੂਰ, चित्रदुर्ग, चिकमगलूर, चिकमगलूर की कॉफी बहुत मशहूर है। ये कर्नाटका दी जगह ने जिथे बहुत ज्यादा मिनरल पाए जाते हैं। ठीक है। जो सब तो ज्यादा आयरन की गल तुसीं करोगे तो आयरन इत्थे ही पाया जाता सब तो। आयरन लाइमस्टोन, बेलैरी है, बेलैरी ਅਤੇ रत्नागिरी है इत्थे आयरन पाया जाता। केमागुंडी ਅਤੇ कुदेरमुख हैगा। सो इतना जगह ने तो जिवें अपने इत्थे मान लो मोगा, बठिंडा, फिरोजपुर उवें दे नाम ने, बस उन्होंने साडे डिस्ट्रिक्टां दा नाम बोलण लगे दिक्कत आउंदी होगी। तेलंगाना चले जाओ, इत्थे डिफरेंट तरह के रॉक्स पाए जाते हैं। हुण इत्थे इंपॉर्टेंट जिहड़ी चीज़ होगी मैं तुहानूं दस दूंगा बई इत्थे नदियां बहुत सारियां ने। देखो तेलंगाना दिख रहा तुहानूं किहड़ी-किहड़ी नदी है? गोदावरी, कृष्णा, पनेरू, बहुत सारी नदियां। ਅਤੇ कुछ इंपॉर्टेंट जगह ने शेषाचलन हैगा, रियाल सीमा हैगा। ਇੱਥੇ ਜਿਹੜਾ ਤੁਸੀਂ ਕੋਹੀਨੂਰ ਦਾ ਨਾਮ ਸੁਣਿਆ? ਕੋਹੀਨੂਰ, ਕੋਹੀਨੂਰ ਦਾ ਹੀਰਾ ਇੱਥੋਂ ਨਿਕਲਿਆ ਸੀ ਇਸ ਇਲਾਕੇ 'ਚ, ਰਿਆਲ ਸੀਮਾ 'ਚ। ਠੀਕ ਹੈ। ਹੁਣ ਵੈਸਟਰਨ ਘਾਟ 'ਚ ਆ ਗਿਆ ਆਪਾਂ ਬਿਲਕੁਲ। ਜਿਹੜਾ ਆ ਪੈਨਿਨਸੂਲਰ ਇੰਡੀਆ ਹੈ ਇਹਦੇ ਬਿਲਕੁਲ ਇੱਧਰਲੇ ਪਾਸੇ ਆ ਜਾਓ, ਮਾਰਜਨ ਤੇ ਆ ਜਾਓ। ਮਾਰਜਨ ਤੇ ਆ ਦਿਖ ਰਿਹਾ ਨਾ ਤੁਹਾਨੂੰ ਪਿੰਕ ਜਿਹੇ ਕਲਰ ਦੀ ਸਾਰੀ ਏਰੀਆ ਦਿਖ ਰਿਹਾ। ਉੱਤੋਂ ਕਿੱਥੋਂ ਸ਼ੁਰੂ ਹੁੰਦਾ? ਗੁਜਰਾਤ ਤੋਂ ਸ਼ੁਰੂ ਹੁੰਦਾ ਹੈ ਅਤੇ ਨੀਚੇ ਕਿੱਥੇ ਤੱਕ ਜਾਂਦਾ? ਕੇਰਲਾ, ਤਮਿਲਨਾਡੂ ਤੱਕ ਜਾਂਦਾ। ਇੱਕ ਵਾਰੀ ਕੁਐਸਚਨ ਆ ਗਿਆ ਸੀ ਵੀ ਵੈਸਟਰਨ ਘਾਟਸ ਨੇ ਜਿਹੜੇ ਉਹ ਕਿਹੜੀ ਕਿਹੜੀ ਸਟੇਟ ਦੇ ਵਿੱਚੋਂ ਲੰਘਦੇ ਨੇ। ਦੇਖੋ ਸਭ ਤੋਂ ਪਹਿਲਾਂ ਗੁਜਰਾਤ ਹੈ, ਫਿਰ ਮਹਾਰਾਸ਼ਟਰ, ਗੋਆ, ਕਰਨਾਟਕਾ, केरला, मतलब वो तो तमिलनाडु भी है। 6 स्टेट्स ਆਪਾਂ ਕਹਾਂਗੇ। ਠੀਕ ਹੈ। ਅਤੇ ਜੇ ਕੋਈ ਪੁੱਛੇ ਤੁਹਾਡੇ ਤੋਂ ਕਿ ਵੈਸਟਰਨ ਘਾਟਸ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ, ਉਹ ਕਿਹੜੀ ਹੈ? ਅਨਾਈਮੁੜੀ। ਅਨਾਈਮੁੜੀ। ਇੱਥੇ ਕਈ ਸਾਰੇ ਪਾਸਸ ਨੇ, ਜਿੱਦਾਂ ਥਾਲ ਘਾਟ, ਉੱਥੇ ਪਾਸਸ ਨੂੰ ਘਾਟ ਕਹਿੰਦੇ ਨੇ। ਸਾਡੇ ਇੱਥੇ ਨਾਰਥ ਇੰਡੀਆ 'ਚ ਜੇ ਤੁਸੀਂ ਲਦਾਖ 'ਚ ਚਲੇ ਜਾਓ ਜਾਂ ਨਾਰਥ ਈਸਟ 'ਚ ਚਲੇ ਜਾਓ, ਸਾਡੇ ਉੱਥੇ ਪਾਸ ਨੂੰ ਪਤਾ ਕੀ ਕਹਿੰਦੇ ਆ? ਲਾ, ਜ਼ੋਜੀਲਾ, ਸ਼ਿਪਕੀਲਾ, ਜਲੇਪਲਾ, ਨੱਥੂਲਾ, ਪਿੰਸੀਲਾ ਹੁੰਦਾ ਸੀ ਨਾ, 12 ਲੱਛਾਲਾ। ਇੱਧਰ रोहतांग पास का नाम सुने? रोहतांग ला तो नहीं कहते वो, क्योंकि हिमाचल से आ गया।
ਜੇ ਥੋੜਾ ਹੋਰ ਉੱਪਰ ਹੁੰਦਾ ਤਾਂ ਫਿਰ ਲਦਾਖ ਵਾਲੇ ਕਹਿਣ ਜ਼ਰੂਰ ਵੀ ਹੁਣ ਵੀ ਕਹਿੰਦੇ ਹੀ ਹੋਣਗੇ ਉਹ, ਠੀਕ ਹੈ ਨਾ। ਸੋ ਇਸ ਤੋਂ ਇਲਾਵਾ ਭੋਰ ਘਾਟ ਹੈਗਾ, ਇਹ ਮੁੰਬਈ ਤੋਂ ਪੁਣੇ ਨੂੰ ਆਪਸ ਵਿੱਚ ਜੋੜਦਾ, ਅਤੇ ਥਾਲ ਘਾਟ ਮੁੰਬਈ ਤੋਂ ਨਾਸਿਕ। ਨਾਸਿਕ ਦਾ ਕੀ ਮਸ਼ਹੂਰ ਹੈ? ਨਾਸਿਕ ਦਾ ਪਿਆਜ਼ ਬਹੁਤ ਮਸ਼ਹੂਰ ਹੈ, ਨਾਸਿਕ ਤੋਂ ਪਿਆਜ਼ ਆਉਂਦਾ। ਅੱਛਾ, ਤੁਸੀਂ ਹੁਣ ਆ ਕੇ ਦੁਬਾਰਾ ਕਰਨਾਟਕਾ ਚ ਆ ਕੇ ਮੈਂ ਤੁਹਾਨੂੰ ਦੱਸਦਾ ਵੀ ਕਰਨਾਟਕ ਦੇ ਪਰਲੇ ਪਾਸੇ ਨੂੰ ਮੀਂਹ ਕਿਉਂ ਪੈਂਦਾ। ਕੀ ਸੀਗਾ, ਇੱਕ ਤਾਂ ਹੈਗਾ ਸੀ ਮਲਨਾਦ, ਇੱਕ ਹੈਗਾ ਸੀ ਮੈਦਾਨ। ਮਲਨਾਦ ਦੇ ਵਿੱਚ ਮੀਂਹ ਜ਼ਿਆਦਾ ਪੈਂਦਾ, ਫੋਰੈਸਟ ਇਲਾਕਾ, ਅਤੇ ਮੈਦਾਨ ਦੇ ਵਿੱਚ ਮੀਂਹ। ਕੌਫੀ ਅਤੇ ਚਾਹ ਨੂੰ ਉਗਣ ਵਾਸਤੇ ਲਗਾਤਾਰ ਡੇਲੀ ਮੀਂਹ ਚਾਹੀਦਾ, ਪਰ ਉਹਨਾਂ ਦੀ ਜੜ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ, ਕਿਉਂਕਿ ਜੜ 'ਚ ਪਾਣੀ ਰੁਕ ਗਿਆ ਤਾਂ ਉਹਦੀ ਜੜ ਸੜ ਜੂਗੀ। ਪਾਣੀ ਆਈ ਜਾਵੇ ਜਾਈ ਜਾਵੇ, ਤਾਂ ਹੀ ਤਾਂ ਪੌੜੀਨੁਮਾ ਖੇਤੀ ਹੁੰਦੀ ਹੈ ਅਸਾਮ 'ਚ। ਸਭ ਤੋਂ ਜ਼ਿਆਦਾ ਚਾਹ ਅਸਾਮ 'ਚ ਹੀ ਪੈਦਾ ਹੁੰਦੀ ਹੈ ਨਾ, ਅਤੇ ਕੌਫੀ ਕਰਨਾਟਕ। ਆ ਤੁਸੀਂ ਸਮਝ ਰਹੇ ਹੋ ਕੀ ਹੈ ਇੱਥੇ? ਇੱਕ ਪਾਸੇ ਨਹੀਂ ਜ਼ਿਆਦਾ ਪੈ ਗਿਆ, ਇੱਧਰ ਪਾਸੇ ਖਾਲੀ ਹੈ। ਇਹਨੂੰ ਕੀ ਕਹਿੰਦੇ? ਰੇਨ ਸ਼ੈਡੋ ਏਰੀਆ। ਤਾਂ ਜਿਹੜਾ ਵੈਸਟਰਨ ਘਾਟਸ ਨੇ ਜਿਹੜੇ ਜੰਗਲ ਪਾਏ ਜਾਂਦੇ ਨੇ ਉਹਨਾਂ ਨੂੰ ਸ਼ੋਲਾ ਫੋਰੈਸਟ ਕਹਿੰਦੇ ਨੇ, ਸਟੰਟਡ ਟ੍ਰੋਪੀਕਲ ਮਾਊਂਟੇਨ ਫੋਰੈਸਟ, ਐਵਰਗ੍ਰੀਨ ਵੀ ਨੇ, ਹਰ ਤਰ੍ਹਾਂ ਦੇ ਫੋਰੈਸਟ ਇੱਥੇ ਪਾਏ ਜਾਂਦੇ। ਹੁਣ ਇੱਥੇ ਹੋਰ ਕੀ ਮਿਲੂਗਾ ਤੁਹਾਨੂੰ? ਨੈਸ਼ਨਲ ਪਾਰਕ ਮਿਲਣਗੇ। ਬੰਦੀਪੁਰ ਨੈਸ਼ਨਲ ਪਾਰਕ ਹੈਗਾ ਕਰਨਾਟਕਾ ਸਭ ਤੋਂ ਮਸ਼ਹੂਰ। ਲੈਪਰਡ ਸਭ ਤੋਂ ਜ਼ਿਆਦਾ ਪਾਏ ਜਾਂਦੇ ਨੇ, ਲੈਪਰਡ, ਟਾਈਗਰ, ਵਾਈਲਡ ਡੌਗ। ਤਾਮਿਲਨਾਡੂ ਦੇ ਵਿੱਚ ਵੀ ਚਾਹ ਤੇ ਕੌਫੀ ਉਗਦੀ ਹੈ, ਕਰਨਾਟਕਾ ਦੇ ਵਿੱਚ ਰਬੜ, ਕੌਫੀ, ਕਾਜੂ ਸਭ ਤੋਂ ਜ਼ਿਆਦਾ ਹੁੰਦਾ ਹੈ। ਕੇਰਲਾ ਦੇ ਵਿੱਚ ਮਸਾਲੇ। ਅੰਗਰੇਜ਼ ਵਪਾਰ ਕਰਨ ਤਾਂ ਹੀ ਤਾਂ ਆਏ ਸੀ ਕੇਰਲਾ 'ਚ। ਹੁਣ ਉਰਲੇ ਪਾਸੇ ਆ ਜਾਓ। ਪਹਿਲਾਂ ਤੁਸੀਂ ਵੈਸਟਰਨ ਘਾਟਸ ਬਾਰੇ ਪੜ੍ਹਿਆ, ਹੁਣ ਤੁਸੀਂ ਈਸਟਰਨ ਘਾਟਸ ਬਾਰੇ ਪੜ੍ਹ ਰਹੇ ਹੋ। ਇਹਨਾਂ ਦਾ ਸਭ ਤੋਂ ਵੱਡਾ ਡਿਫਰੈਂਸ ਤਾਂ ਇਹੀ ਹੈ ਵੀ ਵੈਸਟਰਨ ਘਾਟਸ ਨੇ ਜਿਹੜੇ ਕੰਟੀਨਿਊਸ ਨੇ, ਲਗਾਤਾਰ ਨੇ। ਦੇਖੋ ਈਸਟਰਨ ਘਾਟਸ ਟੁੱਟਵੇਂ ਨੇ, ਲਗਾਤਾਰ ਨਹੀਂ ਹੈਗੇ। ਤਾਂ ਇਹਦੇ ਵਿੱਚ ਈਸਟਰਨ ਘਾਟਸ ਆਗੇ ਉਰਲੇ ਪਾਸੇ ਕਿਹੜੇ ਕਿਹੜੇ ਪਹਾੜ ਨੇ? ਸਿਰਕਰ, ਨੱਲਾ ਮੱਲਾ, ਪਲਕੋਂਡਾ, ਜਵਾਡੀ, ਸ਼ੇਵਰਮ। ਅਤੇ ਇਹਨਾਂ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਅਰਮਾਕੋਂਡਾ। ਹੁਣ ਇੱਥੇ ਹੋਰ ਕੀ ਮਿਲੇਗਾ ਤੁਹਾਨੂੰ? ਇੱਥੇ ਬੌਕਸਾਈਟ ਮਿਲੇਗੀ। ਬੌਕਸਾਈਟ ਇੱਕ ਮਿਨਰਲ ਹੁੰਦਾ, ਔਰ ਹੁੰਦੀ ਹੈ ਜਿਹਦੇ ਵਿੱਚੋਂ ਐਲੂਮੀਨੀਅਮ ਪੈਦਾ ਹੁੰਦਾ। ਐਲੂਮੀਨੀਅਮ ਸਮਝਦੇ ਹੋ? ਐਲੂਮੀਨੀਅਮ ਕਾਫੀ ਹਲਕਾ ਹੁੰਦਾ ਨਾ, ਜਿੱਦਾਂ ਆਹ ਮੰਨ ਲਓ ਆਹ ਕੈਨਸ ਜਿਹੜੇ ਹੁੰਦੇ ਆ, ਜਿੱਦਾਂ ਇਹ ਹਿੱਟ ਹੈ, ਇਹ ਕੈਨਸ ਨੇ ਜਿਹੜੇ ਐਲੂਮੀਨੀਅਮ ਦੇ ਬਣਦੇ ਨੇ, ਕਿਉਂਕਿ ਹਲਕੇ ਹੁੰਦੇ ਨੇ। ਲੋਹੇ ਦਾ ਕੈਨ ਬਣਾ ਦੋ ਬਹੁਤ ਹੈਵੀ ਹੋਊਗਾ, ਰਾਈਟ? ਹੁਣ ਇੱਥੇ ਕਿਹੜੇ ਕਿਹੜੇ ਪਹਾੜ ਨੇ? ਦੇਖੋ ਨੀਚੇ ਨੂੰ ਆ ਗਏ, ਨੀਲਗਿਰੀ, ਅੰਨਾਮਲਾਈ, ਪਲਨੀ ਅਤੇ ਕਾਰਡੇਮਮ ਹਿਲਸ ਨੇ, ਸਾਰੀਆਂ ਹਿਲਸ ਬਣਾਈ ਗਈ। ਇੱਥੇ ਕਈ ਸਾਰੇ ਹਿਲ ਸਟੇਸ਼ਨ ਨੇ, ਜਿਵੇਂ ਨੀਲਗਿਰੀ ਹੈਗਾ, ਉੱਥੇ ਊਟੀ ਹੈ। ਨੀਲਗਿਰੀ ਪਹਾੜਾਂ ਦੇ ਵਿੱਚ ਊਟੀ ਹੈਗਾ, ਅੰਨਾਮਲਾਈ ਦੇ ਵਿੱਚ ਮਨਾਰ ਹੈਗਾ, ਪਲਨੀ ਦੇ ਵਿੱਚ ਕੋਡਾਈਕਨਾਲ ਹੈਗਾ। ਸੋ ਅਲੱਗ-ਅਲੱਗ ਇਹ ਹਿਲ ਸਟੇਸ਼ਨਸ ਨੇ, ਤੁਸੀਂ ਦੇਖ ਹੀ ਸਕਦੇ ਹੋ। ਨੀਲਗਿਰੀ ਕਿੱਥੇ ਹੈ? ਦੇਖੋ ਆ ਰਿਹਾ, ਅੰਨਾਮਲਾਈ ਹੈ, ਆ ਪਲਨੀ ਹੈਗਾ, ਕਾਰਡੇਮਮ ਹੈਗਾ। ਕਾਰਡੇਮਮ ਦਾ ਮਤਲਬ ਇਲਾਇਚੀ ਹੁੰਦਾ ਨਾ। ਹੁਣ ਇਹਨੂੰ ਇਹਨੇ ਅਰੇਂਜ ਕਰਤਾ, ਅਲੱਗ-ਅਲੱਗ ਹਿਲਸ ਨੂੰ ਅਰੇਂਜ ਕਰਤਾ। ਉਹਨੇ ਪੁੱਛ ਲਿਆ ਕਿ ਦੱਸੋ ਕਿਹੜੀ? ਨੱਲਾ ਮੱਲਾ, ਜਵਾਦੀ, ਨੀਲਗਿਰੀ, ਅੰਨਾਮਲਾਈ। ਨੱਲਾ ਮੱਲਾ, ਜਵਾਦੀ, ਨੀਲਗਿਰੀ, ਅੰਨਾਮਲਾਈ। ਜੇ ਕਾਰਡੇਮਮ ਕਹਿੰਦਾ ਸਭ ਤੋਂ ਨੀਚੇ ਰੱਖਦੇ ਸੀ ਤਾਂ ਇਦਾਂ ਦੇ ਕੁਐਸਚਨ ਆ ਜਾਂਦੇ ਨੇ। ਅਕਸਰ ਇਹ ਪੀਸੀਐਸ ਤੇ ਆਈਏਐਸ ਦੇ ਪੇਪਰਾਂ 'ਚ ਇਦਾਂ ਦੇ ਕੁਐਸਚਨ ਆਉਂਦੇ ਨੇ। ਵੈਸੇ ਸਿੰਪਲੀ ਉਹ ਪੁੱਛੂਗਾ ਵੀ ਦੱਸੋ ਊਟੀ ਕਿੱਥੇ ਹੈ, ਜਾਂ ਕੋਡਾਈਕਨਾਲ ਕਿੱਥੇ ਹੈ, ਜਾਂ ਇੱਕ ਹੋਰ ਕਿਹੜਾ ਸੀ, ਮਨਾਰ ਕਿੱਥੇ ਹੈ। ਠੀਕ ਹੈ, ਸੋ ਹਿਲ ਸਟੇਸ਼ਨ ਦੇ ਨਾਮ ਪੁੱਛੂਗਾ, ਤੁਸੀਂ ਜਲਦੀ ਕਹਿ ਦੇਣਾ ਕਿ ਜਿਹੜਾ ਊਟੀ ਹੈ ਉਹ ਤਾਂ ਨੀਲਗਿਰੀ 'ਚ ਹੈ, ਮਨਾਰ ਅੰਨਾਮਲਾਈ 'ਚ ਹੈ, ਅਤੇ ਕੋਡਾਈਕਨਾਲ ਪਲਨੀ 'ਚ। ਤੁਸੀਂ ਸਟੇਟ ਵੀ ਦੇਖ ਲਓ, ਨੀਲਗਿਰੀ ਕਿੱਥੇ ਪੈਂਦਾ? ਤਾਮਿਲਨਾਡੂ 'ਚ ਹੈ ਨਾ, ਉੱਥੇ ਊਟੀ ਹੈਗਾ। ਫਿਰ ਅੰਨਾਮਲਾਈ ਹਿਲਸ ਕਿੱਥੇ ਨੇ? ਕੇਰਲਾ 'ਚ ਨੇ, ਉੱਥੇ ਮਨਾਰ ਹੈਗਾ। ਫਿਰ ਕੋਡਾਈਕਨਾਲ ਜਿਹੜਾ ਹੈਗਾ ਇਹ ਪਲਨੀ ਹਿਲਸ, ਇਹ ਤਾਮਿਲਨਾਡੂ 'ਚ ਹੈ। ਹੁਣ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ। ਕਹਿੰਦਾ ਉਹ ਕਿਹੜੀਆਂ ਜਗ੍ਹਾਵਾਂ ਨੇ ਜਿੱਥੇ ਈਸਟਰਨ ਘਾਟ ਅਤੇ ਵੈਸਟਰਨ ਘਾਟਸ ਆਪਸ 'ਚ ਜਾ ਕੇ ਹਮੇ ਮਿਲਦੇ ਨੇ?
ਇਹਦਾ ਆਨਸਰ ਹੈਗਾ ਨੀਲਗਿਰੀ। ਤੁਸੀਂ ਤਾਂ ਉਹ ਦੇਖ ਲਿਆ ਵੀ ਸਭ ਤੋਂ ਸਾਊਥ ਚ ਕਾਰਡੇਮਮਸ, ਇਹ ਤਾਂ ਉਹ ਉੱਪਰੋਂ ਦੀ ਆ ਕੇ ਤਾਂ ਊਟੀ ਨੀਲਗਿਰੀ ਚ ਸੀ ਨਾ, ਤਾਂ ਮੈਪ ਜੇ ਤੁਸੀਂ ਦੇਖੋਗੇ ਤਾਂ ਇੱਥੇ ਉੱਪਰ ਜਾ ਕੇ ਮਿਲ ਜੂਗਾ ਆਨਸਰ ਕਿ ਨਹੀਂ। ਹੁਣ ਆਪਾਂ ਨੂੰ ਕਲੀਅਰ ਹੋ ਗਿਆ ਵੀ ਨੀਲਗਿਰੀ ਦੇ ਪਹਾੜ ਨੇ ਜਿਹੜੇ ਇਹ ਤਾਮਿਲਨਾਡੂ ਤੇ ਕੇਰਲਾ ਦੇ ਆਪਸ ਵਿੱਚ ਬਾਰਡਰ ਤੇ ਲੱਗਦੇ ਨੇ, ਤੇ ਦੂਸਰਾ ਇਹ ਈਸਟਰਨ ਤੇ ਵੈਸਟਰਨ ਘਾਟਸ ਇੱਥੇ ਆ ਕੇ ਮਿਲਦੇ ਨੇ, ਤੇ ਤੀਸਰਾ ਇੱਥੇ ਊਟੀ ਨਾਮ ਦਾ ਇੱਕ ਹਿਲ ਸਟੇਸ਼ਨ। ਲੋਕ ਊਟੀ ਬਹੁਤ ਜਾਂਦੇ ਆ, ਤੁਸੀਂ ਸੁਣਿਆ ਹੋਣਾ, ਸੁਣਿਆ ਊਟੀ ਦਾ ਨਾਮ? ਹਾਂਜੀ। ਹੁਣ ਕੁਝ ਸਟੇਟਮੈਂਟਸ ਇਹਨੇ ਦੇ ਦਿੱਤੀਆਂ, ਇਹਨਾਂ ਸਟੇਟਮੈਂਟਸ ਨੂੰ ਨਾਟ ਕਰੈਕਟ। ਦੇਖੋ ਇਹਦਾ ਆਨਸਰ A ਹੈ ਵੀ A ਤਾਂ ਨਾਟ ਕਰੈਕਟ ਹੈ, ਆਪਾਂ ਇਹ ਤਾਂ ਹਜੇ ਪੜ੍ਹੀਏ ਨਾ, ਬਾਕੀ ਸਭ ਕਰੈਕਟ ਨੇ ਦਾ ਮਤਲਬ ਉਹ ਪੜ੍ਹ ਲਈ। ਕੁਐਸਚਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਅਨਾਈਮੋੜੀ ਸਭ ਤੋਂ ਉੱਚੀ ਚੋਟੀ ਸੀਗੀ ਵੈਸਟਰਨ ਘਾਟ ਦੀ। ਤਾਪੀ ਰਿਵਰ ਸਤਪੁੜਾ ਤੋਂ ਨੀਚੇ ਨਿਕਲਦੀ ਹੈ, ਇਹਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਰਿਵਰਸ ਬਾਰੇ। ਨਰਮਦਾ ਤੇ ਤਾਪੀ ਨੇ ਜਿਹੜੀਆਂ ਉਹ ਰਿਫਟ ਵੈਲੀ ਬਣਾਉਂਦੀਆਂ ਨੇ, ਇਹ ਵੀ ਤੁਸੀਂ ਯਾਦ ਰੱਖੋ। ਨਰਮਦਾ ਅਤੇ ਤਾਪੀ ਦੋ ਇਦਾਂ ਦੀਆਂ ਨਦੀਆਂ ਨੇ ਜਿਹੜੀਆਂ ਡੈਲਟਾ ਨਹੀਂ ਬਣਾਉਂਦੀਆਂ, ਸਿੱਧਾ ਜਾ ਕੇ ਸਮੁੰਦਰ ਚ ਗਿਰਦੀਆਂ ਨੇ, ਉਹਨੂੰ ਰਿਫਟ ਵੈਲੀ ਕਹਿੰਦੇ ਨੇ। ਠੀਕ ਹੈ। ਹੁਣ ਸਾਊਥ ਇੰਡੀਆ ਆਪਾਂ ਹਿਮਾਲਿਆਸ ਬਾਰੇ ਜਦੋਂ ਅਸੀਂ ਪੜ੍ਹਿਆ ਸੀਗਾ ਤਾਂ ਹਿਮਾਲਿਆ ਦੇ ਕਿੰਨੇ ਫਾਇਦੇ ਸੀਗੇ ਦੱਸੋ? ਕੀ ਫਾਇਦੇ ਸੀ ਹਿਮਾਲਿਆ ਦੇ? ਬੋਲੋ, ਹਿਮਾਲਿਆ ਦੇ ਕੀ ਫਾਇਦੇ ਸੀਗੇ? ਜੇ ਹਿਮਾਲਿਆ ਨਾ ਹੁੰਦੇ ਤਾਂ ਸਾਡੇ ਦੇਸ਼ 'ਚ ਗਰਮੀ ਹੋਣੀ ਸੀ ਕਿ ਠੰਡ ਹੋਣੀ ਸੀ? ਕਿੱਥੋਂ ਆਉਂਦੀ ਠੰਡ? ਸਾਈਬੇਰੀਆ ਤੋਂ, ਹਨਾ, ਰਸ਼ੀਆ ਤੋਂ। ਅੱਛਾ, ਤੇ ਹੋਰ ਕਾਹਦੇ ਵਾਸਤੇ ਫੇਮਸ ਨੇ ਹਿਮਾਲਿਆ? ਕੀ ਮਤਲਬ ਕੀ ਮਿਲਦਾ ਤੁਹਾਨੂੰ? ਮਿਨਰਲਸ ਮਿਲਦੇ ਨੇ, ਪਲਾਂਟਸ ਬਹੁਤ ਸਾਰੇ ਨੇ, ਟਿੰਬਰ ਮਿਲਦਾ, ਅਤੇ ਮੌਨਸੂਨ ਉਹਨਾਂ ਕਰਕੇ ਆਉਂਦਾ। ਪੈਨੀਨਸੂਲਰ ਪਲੇਟੂ ਸਭ ਤੋਂ ਓਲਡੈਸਟ ਤੇ ਮੋਸਟ ਸਟੇਬਲ ਹੈ। ਹਿਮਾਲਿਆਸ ਦੇ ਵਿੱਚ ਤਾਂ ਅਕਸਰ ਲੈਂਡਸਲਾਈਡਸ ਵਗੈਰਾ ਹੁੰਦੀਆਂ ਰਹਿੰਦੀਆਂ ਨੇ, ਭੂਚਾਲ ਆਉਂਦੇ ਰਹਿੰਦੇ ਨੇ। ਡੈਕਨ ਪਲੇਟੂ ਦੇ ਵਿੱਚ ਇਦਾਂ ਨਹੀਂ ਹੁੰਦਾ, ਉਹ ਸਟੇਬਲ ਹੈ, ਪੂਰਾ ਦਾ ਪੂਰਾ ਇੱਕ ਟੁਕੜਾ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਉੱਥੇ ਕੋਈ ਭੂਚਾਲ ਨਹੀਂ ਆਉਂਦਾ, ਬਹੁਤ ਘੱਟ ਨੇ। ਮਿਨਰਲਸ ਬਹੁਤ ਨੇ ਇੱਥੇ, ਅਤੇ ਸਭ ਤੋਂ ਵੱਡੀ ਗੱਲ ਹੈ ਉਹਨਾਂ ਮਿਨਰਲਸ ਨੂੰ ਅਸੀਂ ਕੱਢ ਵੀ ਸਕਦੇ ਹਾਂ। ਹਿਮਾਲਿਆਸ ਵਾਂਗੂ ਨਹੀਂ ਹੈਗਾ। ਸਾਡੇ ਇੰਡੀਆ ਦੇ ਵਿੱਚ 98% ਗੋਂਡਵਾਨਾ ਕੋਲ ਪਾਇਆ ਜਾਂਦਾ। ਗੋਂਡਵਾਨਾ ਯਾਦ ਹੈ? ਇੰਡੀਆ ਜਿੱਥੋਂ ਅੱਡ ਹੋਇਆ ਸੀਗਾ, ਤਾਂ ਉਹਦੇ ਨਾਮ ਤੇ ਅਸੀਂ ਉਹਦਾ ਰੱਖਤਾ ਗੋਂਡਵਾਨਾ, ਉਸ ਜਗ੍ਹਾ ਨੂੰ ਕਹਿੰਦੇ। ਪੈਨੀਨਸੂਲਰ ਪਲੇਟੂ ਜਿਹੜਾ ਹੈਗਾ ਉੱਥੇ ਕਿਉਂਕਿ ਗ੍ਰੇਨਾਈਟ ਸੀਗਾ, ਯਾਦ ਹੈ ਨਾ, ਗ੍ਰੇਨਾਈਟ, ਅਤੇ ਨੀਚੋਂ ਦੀ ਲਾਵਾ ਨਿਕਲ ਕੇ ਫੈਲ ਗਿਆ ਸੀ, ਤਾਂ ਕਾਲੇ ਰੰਗ ਦਾ ਹੁੰਦਾ ਉਹ। ਤਾਂ ਉਹ ਜਦੋਂ ਖੁਰ ਕੇ ਬਾਅਦ ਕਾਲੀ ਮਿੱਟੀ ਬਣ ਗਈ, ਤੇ ਕਾਲੀ ਮਿੱਟੀ 'ਚ ਕਾਹਦੀ ਖੇਤੀ ਹੁੰਦੀ ਹੈ? ਪਲਾਂਟੇਸ਼ਨ ਐਗਰੀਕਲਚਰ। ਜਿੱਥੇ ਪਹਾੜੀਆਂ ਹੁੰਦੀਆਂ, ਮੀਂਹ ਪੈਂਦਾ, ਫਿਰ ਉੱਥੇ ਆ ਚੀਜ਼ਾਂ ਉੱਗਦੀਆਂ। ਇਹ ਫਾਇਦਾ। ਸੋ ਆਪਾਂ ਤਿੰਨ ਚੀਜ਼ਾਂ ਪੜ੍ਹ ਲਈ, ਅੱਗੇ ਚੱਲਣਾ। ਟਾਈਮ ਦੇਖੋ ਕੀ ਐਗਜ਼ੈਕਟਲੀ ਕਰ ਲੈਂਦੇ ਹਾਂ ਟੌਪਿਕ ਹੋਰ। ਆਪਾਂ ਹੁਣ ਪੜ੍ਹ ਰਹੇ ਕੋਸਟਲ ਪਲੇਨਸ, ਛੋਟਾ ਜਿਹਾ ਟੌਪਿਕ ਹੈ, ਠੀਕ ਹੈ। ਦੇਖੋ ਅਸੀਂ ਵੈਸਟਰਨ ਘਾਟ ਤੇ ਈਸਟਰਨ ਘਾਟਸ ਬਾਰੇ ਪੜ੍ਹਿਆ ਸੀਗਾ ਹੁਣ, ਤੁਸੀਂ ਉਹਦੇ ਵਿੱਚ ਇਹਨੂੰ ਕਨਫਿਊਜ਼ ਨਾ ਕਰਿਓ, ਕਿਉਂਕਿ ਵੈਸਟਰਨ ਘਾਟਸ ਐਦਾਂ ਆਹ ਵਾਲੇ ਸੀ, ਆਹ ਵੈਸਟਰਨ ਘਾਟ ਸੀ, ਆਹ ਈਸਟਰਨ ਘਾਟ ਸੀ। ਉਹਨਾਂ ਤੋਂ ਪਰਾਂ ਤੇ ਉਰਾਂ, ਯਾਨੀ 1 ਤੇ 2 ਨੰਬਰ ਤੇ ਆਹ ਕੀ ਨੇ? ਆਪਾਂ ਕਿਹਦੇ ਬਾਰੇ ਪੜ੍ਹਨਾ ਹੁਣ? ਪਲੇਨਸ ਬਾਰੇ। ਪਹਿਲਾਂ ਘਾਟਾਂ ਬਾਰੇ ਪੜ੍ਹਿਆ ਸੀ। ਘਾਟ ਪਹਾੜ ਹੁੰਦੇ ਨੇ ਇੱਕ ਤਰ੍ਹਾਂ, ਵੈਸੇ ਘਾਟ ਕਿਨਾਰਿਆਂ ਨੂੰ ਕਹਿੰਦੇ ਨੇ, ਗੰਗਾ ਘਾਟ, ਪਰ ਇੱਥੇ ਘਾਟ ਦਾ ਮਤਲਬ ਪਹਾੜ ਸੀ। ਤਾਂ ਹੁਣ ਦੇਖੋ, ਕਹਿੰਦਾ ਜੇ ਤੁਸੀਂ ਵੈਸਟ ਇਹਦੀ ਪਰਲਿਆਂ ਦੀ ਗੱਲ ਕਰੋ ਤਾਂ ਉੱਪਰੋਂ ਰਨ ਆਫ ਕੱਚ, ਯਾਨੀ ਰਨ ਆਫ ਕੱਚ ਗੁਜਰਾਤ ਹੈਗਾ, ਫਿਰ ਅੱਗੇ ਵੈਸਟਰਨ ਕੋਸਟਲ ਪਲੇਨ ਨੇ, ਉਹਦੇ ਵਾਸਤੇ ਈਸਟਰਨ ਕੋਸਟਲ ਪਲੇਨ ਹੈ। ਹੁਣ ਆਪਾਂ ਵੈਸਟਰਨ ਦੀ ਗੱਲ ਕਰਦੇ ਹਾਂ। ਪਰਲੇ ਦੇਖੋ, ਪਰਲੇ ਪਤਲੇ ਨੇ ਨਾ, ਉਰਲੇ ਚੌੜੇ ਨੇ। ਤੇ ਹੁਣ ਅਸਲੀ ਕਾਰਨ ਕੀ ਹੈ? ਪਲੇਨਸ ਕਿਵੇਂ ਬਣਦੇ ਨੇ ਤੁਹਾਨੂੰ ਵੀ ਪਤਾ, ਨਦੀਆਂ ਆਉਂਦੀਆਂ ਨੇ, ਆਪਣੇ ਨਾਲ ਮਿੱਟੀ ਲਿਆਉਂਦੀਆਂ ਨੇ ਤੇ ਫੈਲਾ ਦਿੰਦੀਆਂ। ਇਹਦਾ ਮਤਲਬ ਉਰਲੇ ਪਾਸੇ ਜ਼ਿਆਦਾ ਨਦੀਆਂ ਗਿਰਦੀਆਂ ਨੇ। ਜੇ ਤੁਸੀਂ ਇੰਡੀਆ ਦੀ ਸ਼ੇਪ ਦੇਖੋ ਨਾ, ਤਾਂ ਇੰਡੀਆ ਜਿਹੜਾ ਹੈਗਾ ਇਸ ਤਰਫ ਨੂੰ ਝੁਕਿਆ ਹੋਇਆ, ਈਸਟ ਵਾਲੇ ਪਾਸੇ ਝੁਕਿਆ ਹੋਇਆ। ਤਾਂ ਬਹੁਤ ਸਾਰੀਆਂ ਨਦੀਆਂ ਨੇ ਜਿਹੜੀਆਂ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਇਹ ਵੱਡੀਆਂ ਨਦੀਆਂ ਨੇ। ਨਦੀਆਂ ਤਾਂ ਉਧਰਲੇ ਪਾਸੇ ਵੀ ਬਹੁਤ ਨੇ, ਛੋਟੀਆਂ ਛੋਟੀਆਂ, ਪਰ ਵੱਡੀਆਂ ਨਦੀਆਂ ਇਹ। ਤਾਂ ਨਦੀਆਂ ਆਪਣੇ ਨਾਲ ਜਦੋਂ ਮਿੱਟੀ ਲੈ ਕੇ ਆਉਂਦੀਆਂ ਹੋਣਗੀਆਂ
ਇੱਥੇ ਕੀ ਬਣ ਗਏ, ਮੈਦਾਨ ਨੇ ਜਿਹੜੇ ਚੌੜੇ ਹੋ ਗਏ। ਉਰਲੇ ਪਾਸੇ ਵੀ ਹੈਗੇ ਇਹਨਾਂ ਛੋਟੇ ਮੈਦਾਨ। ਤਾਂ ਇਹ ਰੀਜ਼ਨ ਪਤਾ ਲੱਗ ਗਿਆ ਤੁਹਾਨੂੰ ਕਿ ਉਰਲੇ ਪਾਸੇ ਜਿਹੜੇ ਮੈਦਾਨ ਨੇ ਈਸਟਰਨ ਘਾਟ, ਈਸਟਰਨ ਪਲੇਨ ਨੇ ਜਿਹੜੇ ਈਸਟਰਨ ਕੋਸਟਲ ਪਲੇਨ, ਉਹ ਚੌੜੇ ਕਿਉਂ ਨੇ? ਕਿਉਂਕਿ ਇੰਡੀਆ ਉੱਤਰਲੇ ਪਾਸੇ ਨੂੰ ਟਿਲਟ ਹੈ, ਝੁਕਿਆ ਹੋਇਆ ਹੈ, ਤੇ ਨਦੀਆਂ ਉੱਤਰਲੇ ਪਾਸੇ ਜ਼ਿਆਦਾ ਮਿੱਟੀ ਲੈ ਕੇ ਜਾਣਗੇ ਨੈਚੁਰਲੀ ਗੱਲ। ਚਲਿਏ ਉਰਲੇ ਪਾਸੇ ਡੈਲਟਾ ਨਹੀਂ ਬਣਦਾ, ਉਰਲੇ ਪਾਸੇ ਐਸਚੂਰੀ ਬਣਦੀ ਹੈ। ਹੁਣ ਡੈਲਟਾ ਤੁਸੀਂ ਦੇਖ ਲਿਆ ਕੀ ਹੁੰਦਾ ਜਦੋਂ ਇੱਕੋ ਦਮ ਜਾ ਕੇ ਰੇਤਾ ਖਿਲਰ ਜਾਂਦਾ। ਜਦੋਂ ਰੇਤਾ ਹੋਊਗਾ ਹੀ ਨਹੀਂ ਫਿਰ ਖਿਲਰੂਗਾ ਕੀ? ਫਿਰ ਉੱਥੇ ਸਿੱਧਾ ਜਾ ਕੇ ਉਹ ਪਾਣੀ 'ਚ ਗਿਰਦੀ ਹੈ, ਨਦੀ ਜਿਹੜੀ ਹੁੰਦੀ ਹੈ ਉੱਥੇ ਐਸਚੂਰੀ ਬਣ ਜਾਂਦੀ ਹੈ। ਅੱਛਾ, ਜੇ ਤੁਸੀਂ ਬੰਦਰਗਾਹ ਬਣਾਉਣੀ, ਬੰਦਰਗਾਹ ਦਾ ਮਤਲਬ ਜਿੱਥੇ ਸਮੁੰਦਰੀ ਜਹਾਜ਼ ਆ ਕੇ ਰੁਕਣ, ਹੈਨਾ, ਤਾਂ ਕਿੱਥੇ ਬਣਾਓਗੇ, ਉਰਲੇ ਪਾਸੇ ਕਿ ਪਰਲੇ ਪਾਸੇ? ਹੈ ਉਹ ਕਿਉਂ? ਹਾਂ, ਜਿੱਥੇ ਰੇਤਾ ਘੱਟ ਹੁੰਦੀ ਤਾਂ ਫਿਰ ਥੋੜਾ ਸਮੁੰਦਰੀ ਜਹਾਜ਼ ਰੇਤੇ 'ਚ ਜਾ ਕੇ ਫਸ ਜਾ ਕਰੂਗਾ, ਹਨਾ। ਜਿਵੇਂ ਕੋਈ ਗੱਡੀ ਜਾਂ ਕੋਈ ਬੋਟ ਵਗੈਰਾ ਨਹੀਂ ਰੇਤੇ 'ਚ ਫਸ ਜਾਂਦੀ, ਹਾਂ, ਕਿਉਂਕਿ ਇੱਧਰ ਬਸ ਰੇਤਾ ਘੱਟ ਹੈ। ਅਤੇ ਇੱਧਰ ਦੀ ਜਿਹੜੀ ਕੋਸਟ ਲਾਈਨ ਹੈ ਨਾ, ਤੱਟ ਰੇਖਾ, ਉਹ ਕਾਫੀ ਇਦਾਂ ਡੈਨਿਊਟਡ ਹੈ, ਇਹ ਬਿਲਕੁਲ ਪਲੇਨ ਹੈ। ਹੁਣ ਇੱਥੇ ਸਮੁੰਦਰੀ ਜਹਾਜ਼ ਨੂੰ ਲੈ ਕੇ ਖੜਾਉਣਾ ਸੌਖਾ ਹੈ, ਸਾਈਡ ਤੋਂ ਸਮਾਨ ਚੱਕ ਲਓਗੇ ਤੁਸੀਂ ਤਾਂ ਦੋ ਕਾਰਨ ਨੇ, ਇੱਕ ਤਾਂ ਉਰਲੇ ਪਾਸੇ ਰੇਤਾ ਘੱਟ ਹੈ ਅਤੇ ਉੱਥੋਂ ਜਿਹੜੀ ਤੱਟ ਰੇਖਾ ਹੈਗੀ ਹੈ ਉਹ ਡੈਨਿਊਟਡ ਹੈ। ਡੈਨਿਊਟਡ ਦਾ ਮਤਲਬ ਇਦਾਂ, ਇੱਥੇ ਸਮੁੰਦਰੀ ਜਹਾਜ਼ ਲੈ ਕੇ ਖੜਾਓ ਆਪਣੇ ਵਿਚਾਲੇ, ਸਾਈਡ ਤੋਂ ਸਮਾਨ ਚੱਕ ਲਓ, ਲਾਈਕ ਦੈਟ। ਚਲੋ ਅੱਗੇ ਚੱਲਦੇ ਹਾਂ। ਹੁਣ ਗੁਜਰਾਤ ਵਾਲੇ ਪਾਸੇ ਚਲੇ ਗਏ, ਦੇਖੋ ਸਾਬਰਮਤੀ ਨਦੀ ਆ ਰਹੀ ਸੀ ਨਾ, ਸਾਬਰਮਤੀ ਤਾਂ ਅਰਾਵਲੀ ਚੋਂ ਆ ਰਹੀ ਸੀ, ਨੀਚੋਂ ਮਾਹੀ ਆ ਗਈ, ਇਹ ਵਿਦਿਆ ਚੋਂ ਆਊਗੀ, ਫਿਰ ਨਰਮਦਾ ਆ ਗਈ, ਇਹ ਅਮਰਕੰਟਕ ਚੋਂ ਆਊਗੀ, ਨੀਚੋਂ ਸਤਪੁੜਾ ਚੋਂ ਤਾਪੀ ਆਊਗੀ। ਇਹ ਤੁਹਾਨੂੰ ਪੜਾਵਾਂਗੇ, ਬਾਰ-ਬਾਰ ਪੜਾਵਾਂਗੇ, ਫਿਰ ਯਾਦ ਹੋਊਗਾ। ਸੋ ਇਹ ਸਾਰੀਆਂ ਕੱਛ ਅਤੇ ਖੰਬਾਤ, ਕੱਛ ਅਤੇ ਖੰਬਾਤ ਦੋ ਗਲਫ ਨੇ। ਗਲਫ ਦਾ ਮਤਲਬ ਆਹ ਜ਼ਮੀਨ ਦੇ ਅੰਦਰ ਤੱਕ ਜਦੋਂ ਪਾਣੀ ਗਿਆ ਹੁੰਦਾ ਇਹਨੂੰ ਗਲਫ ਕਹਿੰਦੇ ਨੇ। ਗਲਫ ਆਫ ਕੱਛ, ਕੱਛ ਜ਼ਿਲ੍ਹਾ ਇੱਥੇ, ਅਤੇ ਗਲਫ ਆਫ ਖੰਬਾਤ। ਠੀਕ, ਦੁਨੀਆ ਦਾ ਸਭ ਤੋਂ ਵੱਡਾ ਗਲਫ ਕਿਹੜਾ? ਗਲਫ ਆਫ ਮੈਕਸੀਕੋ, ਗਲਫ ਆਫ ਮੈਕਸੀਕੋ। ਸੋ ਇੱਥੇ ਤੁਹਾਨੂੰ ਕਾਠੀਆਵਾੜ ਹੈਗਾ, ਇੱਥੇ ਆਈਲੈਂਡਸ ਨੇ, ਆਲੀਆ, ਬੇਤ, ਪਿਰੋਤਨ ਅਤੇ ਦਿਊ, ਕਈ ਸਾਰੇ ਹੋਰ ਵੀ ਆਈਲੈਂਡਸ ਨੇ, ਇੰਨੇ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ, ਬਾਕੀ ਪਤਾ ਹੋਣਾ ਚਾਹੀਦਾ। ਫਿਰ ਨੀਚੇ ਆ ਜਾਓ ਕੇਰਲਾ ਦੇ ਵਿੱਚ, ਕੇਰਲਾ ਨੂੰ ਮਾਲਾਬਾਰ ਕਹਿੰਦੇ ਨੇ। ਇੱਥੇ ਬੜੀਆਂ ਸਾਰੀਆਂ ਲੇਕਸ ਪਾਈਆਂ ਜਾਂਦੀਆਂ, ਲੰਬੀਆਂ ਲੰਬੀਆਂ ਲੇਕਸ, ਕਈ 100 ਕਿਲੋਮੀਟਰ ਲੰਬੀਆਂ ਲੇਕਸ, ਤੇ ਉਹਨਾਂ ਲੇਕਸ ਨੂੰ ਕਹਿੰਦੇ ਨੇ ਕਯਾਲ। ਕੀ ਕਹਿੰਦੇ ਆ? ਇੱਕ ਵਾਰੀ ਕੇਰਲਾ ਦੇ ਡਿਸਟ੍ਰਿਕਟਸ ਦੇਖ ਲਓ ਤੁਸੀਂ, ਕਿਹੜੇ ਕਿਹੜੇ ਜ਼ਿਲ੍ਹੇ ਨੇ ਕੇਰਲਾ ਦੇ। ਸਭ ਤੋਂ ਉੱਪਰ ਕਿਹੜਾ ਹੈਗਾ? ਕਾਸਰਗੋਡ, ਫਿਰ ਕਨੂਰ, ਵਾਇਆਨਾਡ, ਕੋਜ਼ੀਕੋਡ। ਅੱਛਾ, ਰਾਹੁਲ ਗਾਂਧੀ ਕਿੱਥੋਂ ਐਮਪੀ ਨੇ? ਰਾਹੁਲ ਗਾਂਧੀ ਨੇ ਜਿਹੜੇ ਉਹ ਐਤਕੀ ਦੋ ਜਗ੍ਹਾ ਤੋਂ ਖੜੇ ਹੋਏ ਸੀਗੇ ਇਲੈਕਸ਼ਨ ਦੇ ਵਿੱਚ। ਇੱਕ ਤਾਂ ਉਹਨਾਂ ਦਾ ਆਪਣਾ ਜਿਹੜਾ ਯੂਪੀ ਦੇ ਵਿੱਚ ਕਿਹੜੀ ਜਗ੍ਹਾ ਹੈ ਕੋਈ ਆਈਡੀਆ? ਇਹ ਤਾਂ ਹਮੇਸ਼ਾ ਬੈਠੇ ਹੁੰਦੇ ਨੇ। What this is a constituency in UP at delivery। दूसरा वायनाड खड़े हुए सी, ਉੱਥੇ ਸਮ੍ਰਿਤੀ ਰਾਣੀ ਨੇ ਉਹਨਾਂ ਨੂੰ ਲੜਾਇਆ ਸੀ ਤੇ ਵਾਇਨਾਡ ਤੋਂ ਜਿੱਤ ਗਏ ਸੀਗੇ। ਹੋਰ ਕਿਹੜੀ ਕਿਹੜੀ ਜਗ੍ਹਾ ਦੇਖੋ? ਪਲੱਕੜ, ਤ੍ਰਿਸੂਰ, ਇਡੁੱਕੀ, ਐਰਨਾਕੁਲਮ, ਕੋਚੀ, ਆਲਾਪੂਜ਼ਾ, ਕੋਲਮ, ਹੈ ਨਾ, ਤਿਰੂਵਨੰਤਪੁਰਮ, ਵੈਸੇ ਤਾਂ ਬੜੀਆਂ ਸਾਰੀਆਂ। ਇੱਥੇ ਵੈਂਬਾਨਾਡ ਲੇਕ ਬਹੁਤ ਮਸ਼ਹੂਰ ਹੈ। ਇਸ ਤੋਂ ਇਲਾਵਾ ਅੰਨਾਮਲਾਈ ਹਿਲਸ ਨੇ। ਸੋ ਇਹ ਕੇਰਲਾ। ਉਰਲੇ ਪਾਸੇ ਕਿਹੜੀ ਕਿਹੜੀ ਨਦੀਆਂ ਪਾਈਆਂ ਜਾਂਦੀਆਂ ਨੇ? ਆ ਚਾਰ ਨਦੀਆਂ ਨੇ, ਮਹਾਨਦੀ, ਕ੍ਰਿਸ਼ਨਾ, ਗੋਦਾਵਰੀ, ਕਾਵੇਰੀ। ਅੱਛਾ, ਉੜੀਸਾ ਵਾਲੇ ਪਾਸੇ ਆ ਜਾਓ। ਉੜੀਸਾ ਦੇ ਵਿੱਚ ਵੀਲਰ ਆਈਲੈਂਡਸ ਨੇ, ਵੀਲਰ ਆਈਲੈਂਡਸ। ਵੈਸੇ ਇਹਨਾਂ ਆਈਲੈਂਡਸ ਦਾ ਨਾਮ ਹੁਣ ਚੇਂਜ ਕਰਕੇ APJ ਅਬਦੁਲ ਕਲਾਮ ਆਈਲੈਂਡਸ ਰੱਖ ਦਿੱਤਾ। ਇੰਡੀਆ ਦੀ ਜਿਹੜੀ ਮਿਸਾਈਲ ਟੈਸਟ, ਮਿਸਾਈਲ ਮੈਨ ਆਫ ਇੰਡੀਆ ਕੌਣ ਹੈ? ਇਹ ਤੋਂ ਇਲਾਵਾ ਚਿਲੀਕਾ ਲੇਕ ਹੈਗੀ ਹੈ ਸਭ ਤੋਂ ਵੱਡੀ ਜਿਹੜੀ ਲਗੂਨ ਲੇਕ, ਸਾਲਟੀ ਲੇਕ ਇੰਡੀਆ ਦੀ, ਚਿਲੀਕਾ ਲੇਕ। ਲਗੂਨ ਦਾ ਮਤਲਬ ਹੁੰਦਾ ਵੀ ਜਿਹੜੀ ਸਮੁੰਦਰ ਦੇ ਵਿੱਚੋਂ ਦੀ, ਸਮੁੰਦਰ ਦੇ ਨਾਲ ਜੁੜੀ ਹੁੰਦੀ ਹੈ, ਠੀਕ ਹੈ।
अच्छा नेक्स्ट आ गया ऑलिव रिडली टर्टल्स पाए जाते हैं इतने छोटे छोटे कछुए दुनिया के सब तो छोटे कछुए इतने पाए जाते हैं लेकिन इनकी जनसंख्या बहुत ज्यादा होती है ठीक है ना ऋषिकुल्या रिवर हैगी है इतने पाए जाते हैं ऑलिव रिडली टर्टल्स इन्हां दा नाम बहुत अगे जाके आऊगा याद रखियो भी कछुए कितने पाए जाते हैं जगतार जी उड़ीसा दे विच ऋषिकुल्या रिवर आंध्र प्रदेश आ जाओ तुसी उत्थे कोलेरू लेक हैगी है पुलिकट लेक हैगी है पुलिकट लेक जिहड़ी हैगी है उत्थे श्री हरिकोटा आइलैंड्स ने इत्थे अपनी रॉकेट लॉन्चिंग उत्थे मिसाइल सीगी व्हीलर दे विच उड़ीसा च मिसाइल हुंदी सी मिसाइल दा मतलब जे किसी नूं तबाह करना पर जे तुसी कोई सैटेलाइट चढ़ाउणी उपर कम्युनिकेशन वास्ते असीं जिहड़ा हुण फोन करदे हां कम्युनिकेशन ਉਹਦੇ ਕਰਕੇ ਹੁੰਦਾ ਉਹ इसरो वालियां दा काम है ਉੱਥੇ DRDO ਵਾਲਿਆਂ ਦਾ ਕੰਮ ਸੀਗਾ ਠੀਕ ਹੈ ਨਾ ਸੋ इसरो ਦੇ ਵਿੱਚ ਸਭ ਤੋਂ ਵੱਡਾ ਨਾਮ ਕਿਹਦਾ ਹੈਗਾ ਇੱਕ ਤਾਂ ਹੈਗੇ ਵਿਕਰਮ ਸਾਰਾਭਾਈ ਠੀਕ ਹੈ ਨਾ ਇੱਕ ਹੈਗੇ ਨੇ ਸਤੀਸ਼ ਧਵਨ ਠੀਕ ਹੈ ਤਾਮਿਲਨਾਡੂ ਦੇ ਵਿੱਚ ਆ ਗਏ ਤਾਮਿਲਨਾਡੂ ਦੇ ਵਿੱਚ ਇੱਕ ਜਗ੍ਹਾ ਰਾਮੇਸ਼ਵਰਮ ਤੁਸੀਂ ਆ ਦੇਖੋ ਤਾਮਿਲਨਾਡੂ ਤੋਂ ਜੇ ਤੁਸੀਂ ਇੱਧਰ ਨੂੰ ਜਾਓਗੇ ਜਿੱਥੇ ਰਾਮ ਸੇਤੂ ਨਹੀਂ ਬਣਿਆ ਰਾਮ ਸੇਤੂ ਉਹ ਆ ਜਗ੍ਹਾ ਹੈ ਰਾਮੇਸ਼ਵਰਮ ਇਹਦੇ ਵਿੱਚੋਂ ਕਿ ਤੁਹਾਨੂੰ ਇਦਾਂ ਛੋਟੇ ਛੋਟੇ ਆਈਲੈਂਡਸ ਨੇ ਇਹਨੂੰ ਧਨੁਸ਼ ਕੋੜੀ ਇੰਡੀਆ ਦਾ ਲਾਸਟ ਪੁਆਇੰਟ ਕਿਹੜਾ ਉਰਲੇ ਪਾਸੇ ਧਨੁਸ਼ ਕੋੜੀ ਠੀਕ ਹੈ ਅਤੇ ਗਲਫ ਆਫ ਮਨਾਰ ਹੈਗਾ ਇੱਥੇ ਆ ਜਿਹੜਾ ਆ ਜਗ੍ਹਾ ਨਾ ਇਹਨੂੰ ਮਨਾਰ ਦਾ ਗਲਫ ਕਹਿੰਦੇ ਨੇ ਜਿਵੇਂ ਉਧਰਲੇ ਪਾਸੇ ਆਪਾਂ ਕਿਹੜਾ ਪਾਇਆ ਸੀ ਗਲਫ ਆਫ ਕੱਛ ਅਤੇ ਗਲਫ ਆਫ ਖੰਬਾਤ ਆਰਾਮ ਸੇਤੂ ਦਾ ਇਸ਼ੂ ਹੈ ਸੋ ਆਪਾਂ ਨੇ ਆਹ ਚਾਰ ਚੀਜ਼ਾਂ ਪੜ੍ਹ ਲਈਆਂ ਛੋਟਾ ਸੀ ਟੌਪਿਕ ਕੁਐਸਚਨ ਰਾਹੁਲ ਗਾਂਧੀ ਅਮੇਠੀ ਤੋਂ ਹਾਰੇ ਸੀ यूपी चो ਤੇ ਜਿੱਤੇ ਕਿੱਥੋਂ ਸੀ ਕਿ ਵਾਇਨਾਡ ਚ ਠੀਕ ਹੈ ਸੋ ਆ ਚਾਰ ਇੰਪੋਰਟੈਂਟ ਫਿਜ਼ੀਓਗ੍ਰਾਫੀਕਲ ਫੀਚਰਸ ਆਪਾਂ ਪੜ੍ਹੇ ਕਿੱਦਾਂ ਲੱਗੇ ਕੋਈ ਡਾਊਟ ਕਿਸੇ ਦਾ ਡਾਊਟ ਤਾਂ ਹੀ ਕ੍ਰੀਏਟ ਹੋਣਗੇ ਜਦੋਂ ਤੁਸੀਂ ਘਰੇ ਆ ਕੇ ਪੜ੍ਹੋਗੇ ਇਹਨਾਂ ਚੀਜ਼ਾਂ ਨੂੰ ਇਹਨੂੰ ਰਿਵਾਈਜ਼ ਕਰਿਆ ਕਰੋ ਦੇਖੋ ਆ ਬਹੁਤ ਇੰਪੋਰਟੈਂਟ ਚੀਜ਼ ਹੈ ਆਪਾਂ ਪੜ੍ਹਿਆ ਨਾ ये डिवीजन मेरे बारे में नहीं पता सी पहले राइट बाकी कल नूं आपां रिवर्स बारे पढ़ांगे इंडिया का ड्रेनेज सिस्टम यानी रिवर्स ऑफ इंडिया ठीक है जी थैंक यू